ਅਸੀਂ ਅਗਲੀ ਗੱਲ ਕਰਦੇ ਹਾਂ ਹਾਊ ਟੂ ਇਵੈਲੂਏਟ। ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਟੈਕਨੀਕਸ ਜਾਂ ਮੈਥਡ ਜਿਹੜੇ ਨੇ ਉਹ ਕਿਹੜੇ ਲੈਣੇ ਨੇ, ਪਰ ਇਹਨਾਂ ਮੈਥਡ ਦੇ ਵਿੱਚ ਜਿਹੜੀਆਂ ਟੈਕਨੀਕਸ ਕਿਹੜੀਆਂ ਹੋਣਗੀਆਂ। ਅਸੀਂ ਕਹਿੰਦੇ ਹਾਂ ਟੈਕਨੀਕਸ ਨੂੰ ਦੋ ਬੇਸਿਸ ਦੇ ਉੱਪਰ ਡਿਵਾਈਡ ਕੀਤਾ ਗਿਆ। ਪਹਿਲੇ ਬੇਸਿਸ ਨੂੰ ਅਸੀਂ ਕਹਿੰਦੇ ਹਾਂ ਔਨ ਦ ਬੇਸਿਸ ਆਫ ਮੈਥਡ। ਕਿੰਨੇ ਮੈਥਡ ਹੁਣੇ ਡਿਸਕਸ ਕਰਕੇ ਆਏ ਸੀ? तीन मैथड्स। हाँ, ਤਿੰਨਾਂ ਮੈਥਡ ਦੇ ਉੱਪਰ ਸਾਡੇ ਕੋਲ ਜਿਹੜੀਆਂ ਟੈਕਨੀਕਸ ਨੇ ਉਹ ਇਸ ਤਰ੍ਹਾਂ ਨਾਲ ਹੁੰਦੀਆਂ ਨੇ ਕਿ ਜਿਹੜੇ ਤੁਹਾਡੇ ਐਗਜ਼ਾਮ ਨੇ ਉਹਨਾਂ 'ਚ ਅਸੀਂ ਕੁਆਂਟੀਟੇਟਿਵ ਔਰ ਕੁਆਲੀਟੇਟਿਵ ਦੋ ਤਰ੍ਹਾਂ ਦੀਆਂ ਟੈਕਨੀਕਸ ਲਗਾਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਜਿਹੜਾ ਟੈਸਟਿੰਗ ਮੈਥਡ ਦੇ ਉੱਪਰ ਬੇਸ ਕਰਦੇ ਹਾਂ। ਦੂਸਰੇ ਜਿਹੜੇ ਟੈਕਨੀਕਸ ਨੇ ਉਹ ਪ੍ਰੋਜੈਕਟਿਵ ਮੈਥਡ ਦੇ ਉੱਪਰ ਬੇਸ ਨੇ, ਜਿਨ੍ਹਾਂ ਵਿੱਚ ਅਸੀਂ ਫਾਰਮੇਟਿਵ ਅਤੇ ਸਮੇਟਿਵ ਦੋ ਤਰ੍ਹਾਂ ਦੀ ਟੈਕਨੀਕਸ ਲਗਾਉਂਦੇ ਹਾਂ। ਜਿਹੜੀ ਫਾਰਮੇਟਿਵ ਹੈ ਉਹ ਪ੍ਰੀ ਐਂਡ ਪੋਸਟ ਹੋਇਆ ਕਰਦੀ ਹੈ, ਔਰ ਜਿਹੜਾ ਬਿਹੇਵੀਅਰ ਅਬਜ਼ਰਵੇਸ਼ਨ ਹੈ ਅਸੀਂ ਇਹਨਾਂ ਨੂੰ ਨੋਰਮਸ ਜਾਂ ਕ੍ਰਾਈਟੀਰੀਅਨ ਦੇ ਅਕੋਰਡਿੰਗ ਇਵੈਲੂਏਟ ਕਰਦੇ ਹਾਂ। ਜਿਵੇਂ ਅੱਜ ਕੱਲ੍ਹ ਓਲੰਪਿਕਸ ਹੋ ਰਹੀ ਹੈ, ਕਿਤੇ ਕਿਤੇ ਤਾਂ ਨੋਰਮ ਨੇ, ਕਿਤੇ ਕਿਤੇ ਕ੍ਰਾਈਟੀਰੀਅਨ ਹੈ। ਨੋਰਮਸ ਜਿਹੜੇ ਨੇ ਉਹ ਫੀਲਡ ਗੇਮ ਦੇ ਹੁੰਦੇ ਆ, ਕ੍ਰਾਈਟੀਰੀਅਨ ਜਿਹੜੇ ਨੇ ਉਹ ਐਥਲੈਟਿਕਸ ਦੇ ਹੁੰਦੇ ਆ। ਜਿਵੇਂ ਕੋਈ ਵੇਟ ਲਿਫਟ ਕਰੇਗਾ ਤਾਂ ਉਹਦਾ ਪਹਿਲਾ ਕ੍ਰਾਈਟੀਰੀਆ ਹੈ ਕਿ ਵੇਟ ਲਿਫਟ ਕਰਨ ਲਈ ਕਿੰਨਾ ਵੇਟ, ਕਿਸ ਤਰ੍ਹਾਂ ਦਾ ਬੈਂਚ ਪ੍ਰੈਸ, ਕਿਸ ਤਰ੍ਹਾਂ ਦਾ ਉਹ ਲਗਾਉਣਾ ਹੋਏਗਾ। ਇਸੇ ਤਰ੍ਹਾਂ ਹੀ ਜੇਕਰ ਕੋਈ ਆਰਚਰੀ 'ਚ ਕਰ ਰਿਹਾ ਹੈ ਤਾਂ ਉਹਦਾ ਵੀ ਜਿਹੜਾ ਕ੍ਰਾਈਟੀਰੀਅਨ ਪਹਿਲਾਂ ਫਿਕਸ ਹੈ ਕਿ ਜੇਕਰ ਉਹਨੂੰ ਇੰਨੇ ਚਾਂਸ ਦਿੱਤੇ ਜਾਣਗੇ, ਉਹਦੇ 'ਚੋਂ ਇੰਨੇ ਚਾਂਸ ਜਿਹੜੇ ਨੇ ਉਹ ਪੁਆਇੰਟ 'ਤੇ ਹੁਣ ਜਿਹੜੇ ਆ ਸਟਰਾਈਕ ਕਰਨੇ ਚਾਹੀਦੇ ਆ। ਔਰ ਨੋਰਮਸ ਦੇ ਵਿੱਚ ਹੁੰਦਾ ਕਿ ਕੋਈ ਪਰਸਨ ਹੈ ਕਿ ਜੇਕਰ ਉਹ ਇੰਨੇ ਜਾਂ ਕੋਈ ਫੀਲਡ ਗੇਮ ਹੈ ਉਹਦੇ ਵਿੱਚ ਅਸੀਂ ਜਿਹੜਾ ਪਰਸਨ ਹੈ ਉਹ ਇਸ ਤਰ੍ਹਾਂ ਦੇ ਫਾਲ ਨਹੀਂ ਖੇਡ ਸਕਦਾ, ਪਰ ਜੇਕਰ ਉਹ ਆਪਣੀ ਨਾਰਮਲ ਪਰਫਾਰਮੈਂਸ 'ਚ ਇਸ ਤਰ੍ਹਾਂ ਗੇਨ ਕਰਦਾ ਹੈ ਤਾਂ ਉਹ ਜਿਹੜੀ ਹੈ ਵਿਨ ਜਾਂ ਲੂਜ਼ ਜਿਹੜੀ ਹੈ ਸਿਚੁਏਸ਼ਨ ਹੋਏਗੀ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਇਹ ਟੈਕਨੀਕਸ ਨੇ। ਇਹਨਾਂ ਨੂੰ ਅੱਗੇ ਆਪਾਂ ਡਿਟੇਲ 'ਚ ਵੀ ਡਿਸਕਸ ਕਰਾਂਗੇ, ਪਰ ਹਾਲੇ ਅਸੀਂ ਇਸ ਨੂੰ ਦੇਖਦੇ ਹਾਂ ਕਿ ਔਨ ਦ ਬੇਸਿਸ ਆਫ ਮੈਥਡ ਵੀ ਹੈਵ ਦਿਸ ਟਾਈਪ ਆਫ ਡਿਸਟਰੀਬਿਊਸ਼ਨ। ਅਗਲੀ ਜਿਹੜੀ ਹੈ ਕਲਾਸੀਫਿਕੇਸ਼ਨ ਉਸ ਨੂੰ ਅਸੀਂ ਕਹਿੰਦੇ ਹਾਂ ਟਾਈਪਸ ਆਫ ਇਵੈਲੂਏਸ਼ਨ ਟੈਕਨੀਕਸ ਔਨ ਦ ਬੇਸਿਸ ਆਫ ਡਾਟਾ, ਕੰਡਕਟ ਐਂਡ ਪਰਪਸ। ਠੀਕ ਹੈ, ਪਹਿਲਾਂ ਤਾਂ ਅਸੀਂ ਡਾਟਾ ਦੇ ਬੇਸ 'ਤੇ ਕਹਿੰਦੇ ਹਾਂ ਕਿ ਜਦੋਂ ਅਸੀਂ ਡਾਟਾ ਦੇ ਬੇਸ 'ਤੇ ਕਹਿੰਦੇ ਹਾਂ ਤਾਂ ਵੀ ਕੁਆਂਟੀਟੇਟਿਵ ਔਰ ਕੁਆਲੀਟੇਟਿਵ ਲੈਂਦੇ ਹਾਂ, ਪਰ ਜੇਕਰ ਅਸੀਂ ਟਾਈਮ ਦੇ ਅਕੋਰਡਿੰਗ ਦੇਖੀਏ ਕੰਡਕਟ ਕਿਵੇਂ ਕਰਦੇ ਹਾਂ। ਫਾਰਮੇਟਿਵ ਦਾ ਮਤਲਬ ਹੈ ਮੈਨੀ ਟਾਈਮ ਕਰਦੇ ਹਾਂ, ਸਮੇਟਿਵ ਦਾ ਮਤਲਬ ਹੈ ਇੱਕ ਟਾਈਮ ਕਰਦੇ ਹਾਂ, ਪ੍ਰੀ ਦਾ ਮਤਲਬ ਹੈ ਐਂਟਰੈਂਸ ਐਗਜ਼ਾਮ, ਪੋਸਟ ਦਾ ਮਤਲਬ ਹੈ ਫਾਈਨਲ ਐਗਜ਼ਾਮ। ਤਾਂ ਇਸ ਤਰ੍ਹਾਂ ਨਾਲ ਵੀ ਅਸੀਂ ਇਸ ਦੀ ਜਿਹੜੀ ਹੈ ਉਹ ਕਰਦੇ ਹਾਂ। ਤਾਂ ਪਰਪਸ ਬੇਸ ਦੇ ਉੱਪਰ ਵੀ ਹੁੰਦੀ ਹੈ ਕਿ ਡਾਇਗਨੋਸਟਿਕ, ਅਸੀਂ ਰੈਮਡੀਅਲ ਟ੍ਰੇਨਿੰਗ ਦੇਣਾ ਚਾਹੁੰਦੇ ਹਾਂ ਜਾਂ ਅਸੀਂ ਕਲਾਸੀਫਿਕੇਟਰੀ ਬਣਾਉਣਾ ਚਾਹੁੰਦੇ ਹਾਂ। ਕਲਾਸੀਫਿਕੇਟਰੀ ਦਾ ਮਤਲਬ ਹੈ ਅਸੀਂ ਉਸ ਨੂੰ ਰੋਲ ਆਫ ਆਨਰ ਜਾਂ ਕਾਲਜ ਕਲਰ ਜਾਂ ਅਸੀਂ ਉਸ ਨੂੰ ਮੈਰਿਟ ਜਾਂ ਸਕੋਲਰਸ਼ਿਪਸ ਜਾਂ ਸਟੀਪੈਂਡਸ ਜਾਂ ਅਸੀਂ ਉਸ ਨੂੰ ਜਿਹੜਾ ਹੈ ਐਵਰੇਜ ਜਾਂ ਪੂਅਰ ਦੇ ਵਿੱਚ ਰੇਟ ਕਰਨਾ ਹੈ। ਤਾਂ ਇਸ ਤਰ੍ਹਾਂ ਨਾਲ ਵੀ ਜਿਹੜੀ ਹੈ ਟੈਕਨੀਕਸ ਨੇ ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਹੈ। ਸਾਡੇ ਕੋਲ ਹਮੇਸ਼ਾ, ਮੈਂ ਤਾਂ ਇਹ ਕਹਿਣਾ ਹੁੰਦਾ, ਹਮੇਸ਼ਾ ਸਾਡੇ ਕੋਲ 4W ਹੋਇਆ ਕਰਦੇ ਆ ਹਰ ਪ੍ਰੋਬਲਮ ਦੇ। ਤਾਂ ਅਸੀਂ ਕਹਿੰਦੇ ਹਾਂ ਅੱਜ ਸਾਡੀ ਪ੍ਰੋਬਲਮ ਹੈ ਟੂ ਅੰਡਰਸਟੈਂਡ ਹਾਊ ਟੂ ਇਵੈਲੂਏਟ। ਤਾਂ ਪਹਿਲਾਂ ਜਦੋਂ ਹਾਊ ਟੂ ਇਵੈਲੂਏਟ ਦਾ ਕੁਐਸਚਨ ਸਾਡੇ ਕੋਲ ਡਾਇਰੈਕਟ ਆਉਂਦਾ ਤਾਂ ਉਸ ਤੋਂ ਪਹਿਲਾਂ ਕੁਝ ਪ੍ਰੀ ਕੁਐਸਚਨ ਨੇ, ਵਾਟ ਟੂ ਇਵੈਲੂਏਟ। ਠੀਕ ਹੈ, ਵਾਟ ਟੂ ਇਵੈਲੂਏਟ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਹਿਲਾ ਕੁਐਸਚਨ ਆਉਂਦਾ ਹੈ ਵਾਟ ਟੂ ਇਵੈਲੂਏਟ। ਅਸੀਂ ਕਿਹਾ ਵਾਟ ਟੂ ਇਵੈਲੂਏਟ ਦਾ ਮਤਲਬ ਹੈ ਸਾਨੂੰ ਹਿਊਮਨ ਬੀਇੰਗ ਨੂੰ ਸਮਝਣਾ ਪਏਗਾ ਜਿਹੜਾ ਸਾਡਾ ਸਬਜੈਕਟ ਹੈ। ਸਬਜੈਕਟ ਦੀਆਂ 3 ਡੋਮੇਨਸ ਨੇ, ਉਹਦੀ ਗੱਲ ਕਰਿਆ ਹੈ। ਡੋਮੇਨਸ ਦੇ ਬੇਸਿਸ ਦੇ ਉੱਪਰ ਅਸੀਂ ਕੀ ਚੈੱਕ ਕਰਨਾ ਹੈ ਕਿ ਡੋਮੇਨ ਨੂੰ ਐਜ਼ ਇਟ ਇਜ਼ ਕੋਈ ਸੈਪਰੇਟ ਕੀਤਾ ਜਾ ਸਕਦਾ ਹਿਊਮਨ ਬੀਇੰਗ 'ਚੋਂ ਕਿ ਇੰਨਾ ਪਾਰਟ ਨਿਕਾਲ ਲਓ, ਇਹ ਕੋਗਨੀਟਿਵ ਹੋ ਜਾਏਗਾ, ਇੰਨਾ ਕਨੇਟਿਵ, ਇੰਨਾ ਸਾਈਕੋਮੋਟਰ। ਨਹੀਂ, ਅਸੀਂ ਉਹਨਾਂ ਦੀਆਂ ਐਬਿਲਿਟੀ ਚੈੱਕ ਕਰਦੇ ਹਾਂ। ਉਹਨਾਂ ਐਬਿਲਿਟੀਜ਼ ਨੂੰ ਅਸੀਂ ਇੱਥੇ ਲਿਖਣ ਦੀ ਕੋਸ਼ਿਸ਼ ਕੀਤੀ ਸੀਗੀ ਜਦੋਂ ਤੁਹਾਨੂੰ ਇਹ ਦਿਖਾਈ ਸੀ ਮੈਂ ਸਲਾਈਡ। ਉਸ ਤੋਂ ਬਾਅਦ ਅਸੀਂ ਕਿਹਾ ਸੀ ਕਿ ਜੇ ਐਬਿਲਿਟੀਜ਼ ਸਾਨੂੰ ਚੈੱਕ ਕਰਨੀਆਂ ਨੇ ਤਾਂ ਉਹਦੇ ਲਈ ਮੈਥਡ ਕੀ ਨੇ। ਅਸੀਂ ਕਿਹਾ ਇਹਨਾਂ ਦੇ 3 ਡਿਫਰੈਂਟ ਮੈਥਡ ਨੇ, ਕਿਉਂਕਿ 3 ਡੋਮੇਨ ਲਈ ਡਿਫਰੈਂਟ ਟਾਈਪ ਆਫ ਮੈਥਡ ਜਿਹੜੇ ਨੇ ਡਿਵੈਲਪ ਕੀਤੇ ਗਏ ਆ। ਇੱਕ 'ਚ ਅਸੀਂ ਟੈਸਟਿੰਗ 'ਤੇ ਡਿਪੈਂਡ ਕਰਦੇ ਹਾਂ। ਇਮੋਸ਼ਨ ਨੂੰ ਸਮਝਣ ਲਈ ਅਸੀਂ ਪ੍ਰੋਜੈਕਟਿਵ ਟੈਕਨੀਕਸ ਡਿਵੈਲਪ ਕੀਤੀਆਂ ਨੇ, ਔਰ ਫੀਲਡ ਵਰਕ ਜਾਂ ਉਸ ਦੀ ਜਿਹੜੀ ਸਕਿੱਲ ਹੈ ਉਸ ਨੂੰ ਅਬਜ਼ਰਵ ਕਰਦੇ ਹਾਂ ਅੰਡਰ ਟ੍ਰੇਨਿੰਗ। ਤਾਂ ਅਸੀਂ ਇਸ ਤਰ੍ਹਾਂ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਅਸੀਂ ਇਹਨਾਂ ਨੂੰ ਸਮਝਿਆ ਸੀ ਕਿ ਮੈਥਡ ਕਿਹੜੇ ਕਿਹੜੇ ਹੈਗੇ ਆ, ਹੈ ਨਾ। ਹੁਣ ਅਸੀਂ ਗੱਲ ਸੀ ਕਿ ਹਾਊ ਟੂ ਇਵੈਲੂਏਟ। ਜਦੋਂ ਅਸੀਂ ਇਹ ਟੈਕਨੀਕਸ ਨੂੰ ਸਮਝ ਲਿਆ, ਮੈਥਡ ਨੂੰ ਸਮਝ ਲਿਆ ਕਿ ਮੈਥਡ ਨੇ ਆਪਣੇ ਕੋਈ ਟੈਕਨੀਕ ਡਿਵੈਲਪ ਕੀਤੀ ਹੈ, ਅਸੀਂ ਕਿ ਟੈਕਨੀਕਸ ਜਿਹੜੀਆਂ ਡਿਵੈਲਪ ਕੀਤੀਆਂ ਨੇ ਉਹਨਾਂ ਨੂੰ 2 ਬੇਸਿਸ 'ਤੇ ਕੈਟੇਗਰਾਈਜ਼ ਕੀਤਾ ਜਾ ਸਕਦਾ ਹੈ। ਪਹਿਲਾ ਬੇਸਿਸ ਇਹ ਹੈ ਕਿ ਮੈਥਡ ਜਿਹੜੇ ਹੈ ਟੈਸਟਿੰਗ ਮੈਥਡ ਦੀਆਂ 2 ਆਪਣੀਆਂ ਟੈਕਨੀਕਸ ਨੇ, ਇੱਕ ਕੁਆਂਟੀਟੇਟਿਵ ਡਾਟਾ ਕਲੈਕਟ ਕਰਦਾ ਹੈ, ਇੱਕ ਕੁਆਲੀਟੇਟਿਵ ਡਾਟਾ ਕਲੈਕਟ। ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹ ਹਾਰਡ ਵਰਕਰ ਹੈ, ਜੇ ਇਹ ਜਾਣਨਾ ਹੋਵੇ ਹਾਰਡ ਵਰਕਰ ਹੈ ਕਿੰਨਾ ਹੈ, ਜ਼ਿਆਦਾ ਹੈ, ਘੱਟ ਹੈ, ਤਾਂ ਕੁਆਲਿਟੀ 'ਚ ਡਾਟਾ ਲੈਣਾ ਪਏਗਾ। ਪਰ ਜਦੋਂ ਅਸੀਂ ਇਹ ਜਾਣਨਾ ਹੋਵੇ ਕਿ ਉਹਨੇ ਕਿੰਨੇ % ਸਕੋਰ ਕੀਤੇ ਹੈ ਮੈਥਮੈਟਿਕਸ 'ਚੋਂ, ਤਾਂ ਅਸੀਂ ਕਹਿੰਦੇ ਹਾਂ 70%। ਤਾਂ ਇਹਦਾ ਮਤਲਬ ਹੈ ਉਹ ਕੁਆਂਟਿਟੀ ਆ ਗਈ, ਇੱਕ ਨੰਬਰ ਆ ਗਿਆ। ਤਾਂ ਇਹ 2 ਟੈਕਨੀਕਸ ਜਿਹੜੀਆਂ ਨੇ ਟੈਸਟਿੰਗ 'ਚ ਅਸੀਂ ਯੂਜ਼ ਕਰਦੇ ਹਾਂ। ਪਰ ਜੇਕਰ ਅਸੀਂ ਉਸ ਪਰਸਨ ਦਾ ਫੇਥ, ਉਸ ਪਰਸਨ ਦਾ ਬਿਲੀਵ, ਉਸ ਪਰਸਨ ਦੀ ਫਿਲੋਸਫੀ, ਉਸ ਦੀ ਕਮਿਊਨੀਕੇਸ਼ਨ ਸਕਿੱਲ, ਉਸ ਦਾ ਐਕਸਪ੍ਰੈਸ਼ਨ ਪਾਵਰ, ਉਸ ਦੀ ਨਰੇਟਿਵ, ਉਸ ਦੀ ਰਾਈਟਿੰਗ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਉਸ ਨੂੰ ਅਸੀਂ ਫਾਰਮੇਟਿਵ ਅਤੇ ਸਮੇਟਿਵ ਢੰਗ ਨਾਲ ਟਾਈਮਲੀ ਚੈੱਕ ਕਰਦੇ ਰਹਿੰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਫਾਰਮੇਟਿਵ ਦੇ ਵਿੱਚ ਜਿਹੜੇ ਬੱਚੇ ਸਕੂਲ ਦੇ ਤੁਹਾਡੇ ਫੈਮਿਲੀ ਦੇ ਹੋਣਗੇ, ਉਹਨਾਂ ਦੇ ਕਦੇ ਪ੍ਰੈਕਟੀਕਲ ਐਗਜ਼ਾਮ ਹੁੰਦੇ ਆ, ਕਦੇ ਉਹਨਾਂ ਦੀ ਅੱਜ ਮੈਂ ਕਰਵਾ ਰਿਹਾ ਸੀ ਬੱਚੇ ਦਾ ਪ੍ਰੋਜੈਕਟ ਸੀਗਾ, ਉਹ ਪ੍ਰੋਜੈਕਟ ਦੇ ਵਿੱਚ ਉਹ ਕੋਈ ਇੱਕ ਸਾਇੰਸ ਦਾ
ਹਾਊ ਟੂ ਮੇਕ ਸਟਾਰ ਵਿਦ ਦ ਹੈਲਪ ਆਫ ਦੈਟ ਟੁੱਥ ਸਟਿਕਸ, ਤਾਂ ਉਹ ਟੁੱਥਪਿਕ ਦੇ ਨਾਲ ਵਿੱਚ ਵਾਟਰ ਕਰਕੇ ਉਹ ਜਿਹੜੀ ਹੈ ਕੈਪਲਰੀ ਐਕਸ਼ਨ ਜਿਹੜਾ ਹੈ ਉਸ ਨੂੰ ਦਿਖਾਉਣਾ ਸੀਗਾ। ਤਾਂ ਦੈਟ ਦ ਸਟੂਡੈਂਟ ਹੈਵ ਟੂ ਆਲਸੋ ਐਕਸਪਲੇਨ ਐਂਡ ਨਰੇਟ ਦਾ ਸਟੋਰੀ। ਤਾਂ ਅਸੀਂ ਇਹ ਇਸ ਤਰ੍ਹਾਂ ਨਾਲ ਵੀ ਉਹਨਾਂ ਦੀ ਨਰੇਸ਼ਨ ਜਿਹੜੀ ਹੈ, ਹੁਣ ਉਹ ਟੀਚਰ ਇਹ ਨਹੀਂ ਚੈੱਕ ਕਰ ਰਿਹਾ ਕਿ ਸਟਾਰ ਬਣ ਰਿਹਾ ਕਿ ਨਹੀਂ, ਸਟਾਰ ਤਾਂ ਸਭ ਦਾ ਬਣ ਜਾਏਗਾ। ਟੀਚਰ ਇਜ਼ ਟਰਾਈਂਗ ਟੂ ਦ ਟੈਸਟ ਦਾ ਕਮਿਊਨੀਕੇਸ਼ਨ ਐਂਡ ਐਕਸਪ੍ਰੈਸ਼ਨਬਿਲਿਟੀ ਆਫ ਦ ਚਾਈਲਡ ਐਂਡ ਆਰਗੇਨਾਈਜੇਸ਼ਨ ਐਬਿਲਿਟੀ ਆਫ ਦ ਚਾਈਲਡ, ਕਿ ਉਹ ਸਾਰੇ ਗੈਜਟਸ ਨੂੰ, ਉਹ ਸਾਰੇ ਪ੍ਰੈਕਟੀਕਲ ਨੂੰ ਕਿਵੇਂ ਕਰਦਾ ਹੈ ਔਰ ਕਿਸ ਤਰ੍ਹਾਂ ਹੈਂਡਲ ਕਰਕੇ ਉਹ ਐਕਸਪ੍ਰੈਸ ਕਰ ਪਾਉਂਦਾ। ਤਾਂ ਦੈਟ ਮੀਨ ਵੀ ਹੈਵ ਨੀਡ ਆਫ ਫਾਰਮੇਟਿਵ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਫਾਰਮੇਟਿਵ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਨੇ। ਔਰ ਇਹ ਤੁਸੀਂ ਜੇਕਰ ਦੇਖਿਆ ਹੋਵੇ FA1, FA2, FA3, FA4 4 ਤਰ੍ਹਾਂ ਦੀਆਂ ਦੋਨੋਂ ਸਮੈਸਟਰ ਦੇ ਵਿੱਚ ਹੁੰਦੀਆਂ ਨੇ। ਹਰ ਮੰਥ ਬਾਅਦ ਇੱਕ FA ਹੁੰਦੀ ਹੈ ਔਰ 2 FA ਕੰਪਲੀਟ ਹੋਣ ਤੋਂ ਬਾਅਦ ਇੱਕ SA ਹੁੰਦੀ ਹੈ, ਸਮੇਟਿਵ ਹੁੰਦੀ ਹੈ। ਤਾਂ ਅਸੀਂ ਇਸ ਤਰ੍ਹਾਂ ਨਾਲ ਇਸ ਨੂੰ ਜਿਹੜਾ ਹੈ ਕੁਆਟਰ ਦੇ ਵਿੱਚ ਡਿਵਾਈਡ ਕੀਤਾ ਹੋਇਆ। ਔਰ ਇਹਨਾਂ ਦੇ ਵਿੱਚ ਅਸੀਂ ਜਿਹੜਾ ਹੈ ਜ਼ਿਆਦਾਤਰ ਜਿਹੜੀ ਸਾਡੀ ਕੋਸ਼ਿਸ਼ ਰਹਿੰਦੀ ਹੈ ਉਹ ਇਹ ਹੈ ਕਿ ਜਿਹੜਾ ਅਸੀਂ ਕਗਨੇਟਿਵ ਤੋਂ ਬਿਨਾਂ ਚੈੱਕ ਕਰਨਾ ਬੱਚੇ ਦਾ ਹਾਰਡ ਵਰਕ, ਉਸ ਦੀ ਨੀਟਨੈਸ ਆਫ ਡੂਇੰਗ ਹੋਮਵਰਕ, ਉਸ ਦੀ ਡੈਡੀਕੇਸ਼ਨ, ਡਿਵੋਸ਼ਨ, ਡਿਸਿਪਲਿਨ ਔਰ ਉਸ ਦੀ ਨਰੇਸ਼ਨ, ਉਸ ਦੀ ਕਮਿਊਨੀਕੇਸ਼ਨ, ਉਹ ਅਸੀਂ ਪ੍ਰੋਜੈਕਟਿਵ 'ਚ ਚੈੱਕ ਕਰ ਲੈਂਦੇ ਹਾਂ। ਔਰ ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਉਹਦੀ ਪਰਫਾਰਮੈਂਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਛੋਟੇ ਮੋਟੇ ਕੰਪੀਟੀਸ਼ਨ ਕਰਵਾਏ ਜਾਂਦੇ ਆ, ਜਿਹਦੇ ਸਟੇਜ ਪਰਫਾਰਮੈਂਸ ਕੀਤੀ ਜਾਂਦੀ ਹੈ। ਬੱਚੇ ਨੂੰ ਐਥਲੈਟਿਕਸ ਦੇ ਵਿੱਚ ਜੁਆਇਨ ਕਰਾਇਆ ਜਾਂਦਾ ਔਰ ਬੱਚੇ ਨੂੰ ਜਿਹੜਾ ਹੈ ਸਪੋਰਟਸ ਜਾਂ ਹੋਰ ਐਕਟੀਵਿਟੀਜ਼ ਦੇ ਵਿੱਚ ਜਾਂ ਪ੍ਰੈਕਟੀਕਲ ਡੋਮੇਨ ਦੇ ਵਿੱਚ ਲੈ ਕੇ ਜਾਂਦੇ ਹਾਂ। ਤਾਂ ਅਸੀਂ ਉੱਥੇ ਜਿਹੜੀ ਉਹਦੀ ਬੱਚੇ ਦੀ ਹੈਂਡ ਔਨ ਪ੍ਰੈਕਟਿਸ ਸਕਿੱਲ ਜਿਹੜੀ ਹੈ ਉਸ ਨੂੰ ਚੈੱਕ ਕਰਦੇ ਹਾਂ। ਇਹਦਾ ਮਤਲਬ ਹੈ ਇਹ ਨਾਨ ਵਰਬਲ ਸਕਿੱਲਸ ਨੇ ਔਰ ਜਿਹੜੀਆਂ ਪ੍ਰੋਜੈਕਟਿਵ ਟੈਕਨੀਕ ਹੈ ਉਹ ਵਰਬਲ ਸਕਿੱਲਸ 'ਤੇ ਜ਼ਿਆਦਾ ਡਿਪੈਂਡ ਕਰਦੀ ਹੈ। ਇੰਨੀ ਗੱਲ ਸਮਝ ਆਈ। ਅਸੀਂ ਕਿਹਾ ਸੀ ਕਿ ਇਹਨਾਂ ਟੈਕਨੀਕਸ ਨੂੰ ਇੱਕ ਹੋਰ ਵੇਜ਼ ਦੇ ਨਾਲ ਵੀ ਅਸੀਂ ਜਿਹੜਾ ਹੈ ਕੈਟੇਗਰਾਈਜ਼ ਕੀਤਾ ਹੋਇਆ ਹੈ। ਉਹ ਹੈ ਕਿ ਤੁਹਾਨੂੰ ਡਾਟਾ ਕਿਵੇਂ ਦਾ ਚਾਹੀਦਾ, ਤੁਹਾਨੂੰ ਕੁਆਂਟਿਟੀ ਡਾਟਾ ਚਾਹੀਦਾ ਕਿ ਕੁਆਲਿਟੀ ਦੀ ਡਾਟਾ ਚਾਹੀਦਾ, ਤੁਹਾਡਾ ਟਾਈਮ ਕੀ ਹੈ ਕਿਸੇ ਮਤਲਬ ਵੈਲੂਏਸ਼ਨ ਦਾ। ਜੇਕਰ ਵੈਲੂਏਸ਼ਨ ਤੁਸੀਂ ਇੱਕ ਟਾਈਮ 'ਤੇ ਕਰਦੇ ਹੋ ਤਾਂ ਸਮੇਟਿਵ ਮੰਨੀ ਜਾਏਗੀ, ਦੂਸਰੇ ਟਾਈਮ 'ਤੇ ਕਰੋਗੇ ਤਾਂ ਫਾਰਮੇਟਿਵ ਮੰਨੀ ਜਾਏਗੀ। ਜੇ ਤੁਸੀਂ ਕਲਾਸ 'ਚ ਐਂਟਰੀ ਤੋਂ ਪਹਿਲਾਂ ਟੈਸਟ ਲੈਂਦੇ ਹੋ ਐਡਮਿਸ਼ਨ ਟਾਈਮ ਤਾਂ ਪ੍ਰੀ ਟੈਸਟ ਹੋਏਗਾ, ਜੇ ਤੁਸੀਂ ਐਗਜ਼ਿਟ ਟਾਈਮ ਲੈਂਦੇ ਹੋ ਤਾਂ ਪੋਸਟ ਟੈਸਟ ਹੋਏਗਾ। ਇਸ ਤਰ੍ਹਾਂ ਦੀ ਵੀ ਅਸੀਂ ਜਿਹੜੀ ਹੈ ਲੈਂਦੇ ਹਾਂ। ਖਾਸ ਤੌਰ 'ਤੇ ਜਦੋਂ ਸਕਿੱਲ ਟ੍ਰੇਨਿੰਗ ਹੁੰਦੀ ਹੈ, ਮੰਨ ਲਓ ਤੁਸੀਂ ਸਪੋਕਨ ਕਲਾਸਿਸ ਜੁਆਇਨ ਕੀਤੀਆਂ ਤਾਂ ਉਹ ਤੁਹਾਡੇ ਤੋਂ ਪਹਿਲੇ ਦਿਨ ਇੱਕ ਪੈਰਾ ਜਿਹੜਾ ਹੈ ਉਹ ਕਹਿੰਦੇ ਆ ਕਿ ਗਿਵ ਯੂਅਰ ਸੈਲਫ ਨਰੇਸ਼ਨ, ਵਰਬਲ ਸੈਲਫ ਨਰੇਸ਼ਨ, ਤਾਂ ਤੁਸੀਂ ਬੋਲ ਕੇ ਜਿਹੜਾ ਹੈ ਦੱਸਦੇ ਹੋ ਆਪਣੇ ਬਾਰੇ ਐਂਡ ਦੇ ਰਿਕਾਰਡ ਦੈਟ, ਉਹ ਪ੍ਰੀ ਰੱਖ ਲੈਂਦੇ ਆ। ਉਸ ਤੋਂ ਬਾਅਦ ਉਹ ਟ੍ਰੇਨਿੰਗ ਦਿੰਦੇ ਆ ਅਤੇ ਫਿਰ ਲਾਸਟ ਡੇ 'ਤੇ ਉਹ ਕਹਿੰਦੇ ਆ ਨਾਓ ਯੂ ਹੈਵ ਟੂ ਅਗੇਨ ਗਿਵ ਯੂਅਰ ਜਿਹੜੀ ਇੰਟਰੋ, ਤਾਂ ਉਹ ਉਸ ਨੂੰ ਫਿਰ ਰਿਕਾਰਡ ਕਰਦੇ ਆ। ਤਾਂ ਪ੍ਰੀ ਐਂਡ ਪੋਸਟ ਦਾ ਕੰਪੈਰੀਜ਼ਨ ਕਰਕੇ ਦੱਸਦੇ ਆ ਕਿ ਯੂ ਹੈਵ ਗੇਨਡ ਸੋ ਮੱਚ ਇਨ ਵਿਦ ਦ ਹੈਲਪ ਆਫ ਆਵਰ ਟ੍ਰੇਨਿੰਗ। ਤਾਂ ਪ੍ਰੀ ਐਂਡ ਪੋਸਟ ਵੀ ਹੁੰਦਾ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਹੋਰ ਹੈ ਕਿ ਪਰਪਜ਼ ਕੀ ਹੈ, ਇਸ ਲਈ ਵੀ ਐਵੈਲੂਏਸ਼ਨ ਕੀਤੀ ਜਾਂਦੀ ਹੈ ਕਿ ਡਾਇਗਨੋਸਟਿਕ ਔਰ ਕਲਾਸੀਫਿਕੇਟਰੀ। ਡਾਇਗਨੋਸਟਿਕ ਦਾ ਮਤਲਬ ਹੈ ਜੇਕਰ ਸਾਡਾ ਉੱਥੇ ਏਮ ਜਿਹੜਾ ਹੈ, ਪਰਪਜ਼ ਜਿਹੜਾ ਰਹਿੰਦਾ ਹੈ ਉਹ ਬੱਚੇ ਦੀ ਸਟਰੈਂਥ ਐਂਡ ਵੀਕਨੈਸ ਨੂੰ ਡਾਇਗਨੋਜ਼ ਕਰਨਾ ਹੁੰਦਾ ਹੈ। ਪਰ ਜਿਹੜਾ ਕਲਾਸੀਫਿਕੇਟਰੀ ਹੈ ਉਹਦੇ ਵਿੱਚ ਅਸੀਂ ਸਟਰੈਂਥ ਔਰ ਵੀਕਨੈਸ ਨੂੰ ਕੋਈ ਇਸ ਤਰ੍ਹਾਂ ਨਾਲ ਕਲਾਸੀਫਾਈ ਨਹੀਂ ਕਰਦੇ। ਅਸੀਂ ਬੱਚੇ ਨੂੰ ਜਾਂ ਤਾਂ ਡਿਗਰੀ ਅਵਾਰਡ ਕਰਨੀ ਹੈ, ਜਾਂ ਉਹਨੂੰ ਪ੍ਰਮੋਸ਼ਨ ਦੇਣੀ ਹੈ, ਜਾਂ ਅਸੀਂ ਉਸ ਨੂੰ ਜਿਹੜਾ ਹੈ ਸਕਾਲਰਸ਼ਿਪ ਦੇਣੀ ਹੈ, ਜਾਂ ਅਸੀਂ ਉਸ ਨੂੰ ਕਾਲਜ ਕਲਰ ਮੈਰਿਟਸ ਜਿਹੜੇ ਆਨਰਸ ਨੇ ਉਹ ਦੇਣੇ ਨੇ, ਕਾਲਜ ਕਲਰ ਹੋ ਗਿਆ, ਰੋਲ ਆਫ ਆਨਰਸ ਹੋ ਗਿਆ, ਜਾਂ ਅਸੀਂ ਕਹਿੰਦੇ ਹਾਂ ਕਿ ਉਹਨੂੰ ਗੋਲਡ, ਸਿਲਵਰ ਔਰ ਉਹਦੇ ਨਾਲ ਕਰਨਾ ਹੈ, ਜਾਂ ਅਸੀਂ ਕਲਾਸ ਦੇ ਵਿੱਚ ਹੀ ਇੰਟੈਲੀਜੈਂਟ ਜਾਂ ਐਵਰੇਜ ਔਰ ਜਿਹੜਾ ਹੈ ਸਲੋ ਲਰਨਰ ਦਾ ਗਰੁੱਪ ਬਣਾਉਣਾ ਹੈ। ਤਾਂ ਅਸੀਂ ਇਸ ਤਰ੍ਹਾਂ ਨਾਲ ਕਲਾਸੀਫੈਕਟਰੀ ਜਿਹੜਾ ਹੈ ਬਣਾਉਂਦੇ ਹਾਂ। ਜਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੱਚੇ ਨੂੰ ਉਹਦੇ ਸਬਜੈਕਟ ਆਪਟ ਕਰਨ ਦੇ ਵਿੱਚ ਮੈਟ੍ਰਿਕ ਤੋਂ ਬਾਅਦ ਹੈਲਪ ਕਰਨੀ ਹੈ, ਤਾਂ ਅਸੀਂ ਉਸ ਦੇ ਲਈ ਜਿਹੜੀ ਹੈ ਵੈਲੂਏਸ਼ਨ ਕਰਦੇ ਹਾਂ। ਉਹਦਾ ਬੇਸਿਸ ਜਿਹੜਾ ਹੈ ਇਸ ਤਰ੍ਹਾਂ ਨਾਲ ਵੀ ਹੋਇਆ ਕਰਦਾ ਹੈ। ਤਾਂ ਇਹਨੂੰ ਇਸ ਤਰ੍ਹਾਂ ਨਾਲ ਵੀ ਅਸੀਂ ਕਰ ਸਕਦੇ ਹਾਂ। ਅਸੀਂ ਇਸ ਤਰ੍ਹਾਂ ਨਾਲ ਵੀ ਇੱਕ ਕਲਾਸੀਫਿਕੇਸ਼ਨ ਜਿਹੜੀ ਹੈ ਉਹਦੀ ਕਰ ਸਕਦੇ ਹਾਂ। ਔਰ ਟੈਕਨੀਕਸ ਜਿਹੜੀਆਂ ਨੇ ਤੁਸੀਂ ਕਿਸੇ ਢੰਗ ਨਾਲ ਵੀ ਐਕਸਪਲੇਨ ਕਰ ਸਕਦੇ ਹੋ। ਕੋਈ ਬੁੱਕ ਇਸ ਤਰ੍ਹਾਂ ਨਾਲ ਕਲਾਸੀਫਿਕੇਟਰੀ ਬਣਾਉਂਦੀ ਹੈ ਜਾਂ ਮਤਲਬ ਕਲਾਸੀਫਾਈ ਕਰਦੀ ਹੈ, ਤਾਂ ਕੋਈ ਪਰਸਨ ਜਿਹੜਾ ਹੈ ਉਹ ਇਸ ਤੋਂ ਪਹਿਲੀ ਸਲਾਈਡ ਜਿਵੇਂ ਅਸੀਂ ਕੀਤੀ ਹੈ ਇਸ ਤਰ੍ਹਾਂ ਨਾਲ ਵੀ ਕੈਟੇਗਰਾਈਜ਼ ਕਰਕੇ ਤੁਹਾਨੂੰ ਜਿਹੜਾ ਹੈ ਇਸ ਨੂੰ ਇਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਜੇਕਰ ਅਸੀਂ ਹੁਣ ਜੇ ਸਾਨੂੰ ਇੰਨਾ ਕੁ ਸਮਝ ਆ ਗਿਆ ਹੋਵੇ ਤਾਂ ਇਹ ਮਤਲਬ ਕੀ ਟੈਕਨੀਕਸ ਨੇ, ਤਾਂ ਹੁਣ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਡਿਟੇਲ ਸਮਝਦੇ ਹਾਂ ਕਿ ਕੁਆਂਟੀਟੇਟਿਵ ਟੈਕਨੀਕਸ ਕਿਹੜੀਆਂ ਹੁੰਦੀਆਂ ਨੇ। ਕੁਆਂਟੀਟੇਟਿਵ ਟੈਕਨੀਕਸ ਜਿਹੜੀਆਂ ਨੇ ਔਰ ਕੁਆਲੀਟੇਟਿਵ ਟੈਕਨੀਕਸ ਜਿਹੜੀਆਂ ਨੇ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਕੁਆਂਟੀਫਾਈ ਕਰਦੇ ਹਾਂ, ਜਿਹਦੇ ਵਿੱਚ ਅਸੀਂ ਨੰਬਰ ਦੇ ਵਿੱਚ ਬੱਚੇ ਨੂੰ ਰੇਟ ਕਰਦੇ ਹਾਂ। ਨੰਬਰ ਦਾ ਮਤਲਬ ਹੈ ਕਿ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸਦੇ ਮੈਥਮੈਟਿਕਸ 'ਚੋਂ ਕਿੰਨੇ ਨੰਬਰ ਨੇ, ਉਹਦੇ ਸਾਇੰਸ 'ਚੋਂ ਕਿੰਨੇ ਨੰਬਰ ਨੇ, ਔਰ ਉਹਦਾ ਇੱਕ ਡੀਜਿਟ ਦੇ ਵਿੱਚ ਅਸੀਂ ਉਸ ਨੂੰ ਇਵੈਲੂਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਤਰ੍ਹਾਂ ਦੀ ਇਵੈਲੂਏਸ਼ਨ ਜਿੱਥੇ ਵੀ ਹੋਏਗੀ ਅਸੀਂ ਉਸ ਨੂੰ ਕੁਆਂਟੀਫਾਈਡ ਜਾਂ ਕੁਆਂਟੀਟੇਟਿਵ ਇਵੈਲੂਏਸ਼ਨ ਕਵਾਂਗੇ। ਪਰ ਬਹੁਤ ਸਾਰੀਆਂ ਡੋਮੇਨਸ ਇਸ ਤਰ੍ਹਾਂ ਦੀਆਂ ਨੇ
ਖਾਸ ਤੌਰ 'ਤੇ ਜਿਹੜੀਆਂ ਜਿਹਨੂੰ ਅਸੀਂ ਇਫੈਕਟਿਵ ਡੋਮੇਨ ਆਖਦੇ ਹਾਂ, ਜਿਸ ਨੂੰ ਅਸੀਂ ਕਨੇਟਿਵ ਡੋਮੇਨ ਆਖਦੇ ਹਾਂ, ਉਹ ਜਿਹੜੀ ਇਫੈਕਟਿਵ ਡੋਮੇਨ ਹੈ ਉਹ ਤੁਸੀਂ ਜੇਕਰ ਦੇਖੋ ਉਹਦੇ ਵਿੱਚ ਸਾਡੇ ਕੋਲ ਪੋਸੀਬਿਲਿਟੀ ਬਹੁਤ ਘੱਟ ਹੁੰਦੀ ਹੈ ਕਿ ਅਸੀਂ ਉਸ ਨੂੰ ਇਸ ਤਰ੍ਹਾਂ ਨੰਬਰ 'ਚ ਕਨਵਰਟ ਕਰ ਸਕੀਏ ਕਿ ਕੋਈ ਪਰਸਨ ਕਿੰਨਾ ਇਮਾਨਦਾਰ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ 2 ਨੰਬਰ ਜਾਂ 60 ਨੰਬਰ ਇਮਾਨਦਾਰ ਹੈ, ਜਾਂ ਉਹ 2 ਕਿਲੋ ਜਾਂ 5 ਕਿਲੋ ਇਮਾਨਦਾਰ ਹੈ, ਜਾਂ ਉਹ ਪਰਸਨ ਹਾਰਡ ਵਰਕਰ ਕਿੰਨਾ ਹੈ, ਇਨੀਸ਼ੀਏਟਰ ਕਿੰਨਾ ਹੈ। ਉਹ ਇਸ ਤਰ੍ਹਾਂ ਨਾਲ ਅਸੀਂ ਉਸ ਨੂੰ ਕੁਆਂਟੀਫਾਈ ਨਹੀਂ ਕਰ ਪਾਉਂਦੇ। ਫਿਰ ਅਸੀਂ ਉਹਦੀ ਕੁਆਲਿਟੀ ਨੂੰ ਰੇਟ ਕਰਦੇ ਹਾਂ, ਤਾਂ ਕੁਆਲਿਟੀ ਗੁੱਡ ਬੈਡ ਦੇ ਵਿੱਚ ਹੋਇਆ ਕਰਦੀ ਹੈ, ਜਾਂ ਅਸੀਂ ਕਹਿੰਦੇ ਹਾਂ ਕਿ ਗੁੱਡ ਔਰ ਪੂਅਰ ਹੋਇਆ ਕਰਦੀ ਹੈ, ਤਾਂ ਅਸੀਂ ਉਹਦੇ ਵਿਚਕਾਰ ਕਿਤੇ ਉਸ ਨੂੰ ਰੇਟ ਕਰਨਾ ਹੁੰਦਾ। ਤਾਂ ਜਦੋਂ ਅਸੀਂ ਇਸ ਤਰ੍ਹਾਂ ਦੀ ਕੋਈ ਗ੍ਰੇਡਿੰਗ ਕਰਦੇ ਹਾਂ ਤਾਂ ਅਸੀਂ ਉਸ ਨੂੰ ਕੁਆਲੀਟੇਟਿਵ ਟੈਕਨੀਕ, ਕੁਆਲਿਟੀ ਬੇਸਡ ਟੈਕਨੀਕਸ ਲਗਾਈਆਂ ਨੇ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਜਿਹੜਾ ਹੈ ਇਹ 2 ਟੈਕਨੀਕਸ ਜਿਹੜੀਆਂ ਨੇ ਇਹ ਹੋਇਆ ਕਰਦੀਆਂ। ਔਰ ਅਗਲੀ ਗੱਲ ਹੈ ਕਿ ਜਿਹੜੀ ਕੁਆਂਟੀਟੇਟਿਵ ਟੈਕਨੀਕ ਹੈ, ਅਸੀਂ ਜੇਕਰ ਇਹਨਾਂ ਦਾ ਦੇਖੀਏ ਤਾਂ ਇਹਨਾਂ ਦੇ ਟੂਲ ਕੀ ਨੇ। ਹੁਣ ਸਾਨੂੰ ਇਹ ਦੇਖਣਾ ਹੋਏਗਾ ਕਿ ਜਿਹੜੀਆਂ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਟੈਕਨੀਕਸ ਨੇ ਇਹਨਾਂ ਦੇ ਟੂਲਸ ਕੀ ਨੇ। ਕੁਆਂਟੀਟੇਟਿਵ ਟੈਕਨੀਕਸ ਦੇ 2 ਟੂਲ ਹੋਇਆ ਕਰਦੇ ਆ। ਇੱਕ ਟੂਲ ਜਿਹੜਾ ਹੈ ਉਸ ਨੂੰ ਅਸੀਂ ਕਹਿੰਦੇ ਆ ਸਟੈਂਡਰਡਾਈਜ਼ ਟੈਸਟ, ਔਰ ਦੂਸਰੇ ਟੂਲ ਨੂੰ ਅਸੀਂ ਕਹਿੰਦੇ ਆ ਟੀਚਰ ਮੇਡ ਟੈਸਟ। ਤਾਂ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਤੁਸੀਂ ਦੇਖੋਗੇ ਕਿ ਸਾਡੇ ਕੋਲ ਸਟੈਂਡਰਡ ਟੈਸਟ ਬਹੁਤ ਸਾਰੇ ਹੋਇਆ ਕਰਦੇ ਆ। ਜਿਵੇਂ ਤੁਹਾਡਾ IQ ਲੈਵਲ ਚੈੱਕ ਕਰਨਾ ਹੋਵੇ, ਤੁਹਾਡਾ ਐਪਟੀਟਿਊਡ ਚੈੱਕ ਕਰਨਾ ਹੋਵੇ, ਤੁਹਾਡਾ ਐਟੀਟਿਊਡ ਚੈੱਕ ਕਰਨਾ ਹੋਵੇ, ਇੰਟਰਸਟ ਟੈਸਟ ਚੈੱਕ ਕਰਨਾ ਹੋਵੇ, ਤਾਂ ਸਾਡੇ ਕੋਲ ਇੱਕ ਨੈਸ਼ਨਲ ਸਾਈਕੋਲੋਜੀ ਲੈਬ ਹੈ ਜੈਪੁਰ ਦੇ ਵਿੱਚ। ਉਸਨੇ ਬੜੇ ਸਾਰੇ ਸਟੈਂਡਰਡਾਈਜ਼ ਟੈਸਟ ਬਣਾਏ ਹੁੰਦੇ ਆ। ਅਸੀਂ ਉਹਨਾਂ ਤੋਂ ਟੈਸਟ ਡਿਮਾਂਡ ਕਰਦੇ ਹਾਂ ਔਰ ਉਹ ਤੁਹਾਡੇ ਏਜ ਸਪੈਸੀਫਿਕ ਟੈਸਟ ਸਾਨੂੰ ਪ੍ਰੋਵਾਈਡ ਕਰਦੇ ਆ। ਅਸੀਂ ਉਸ ਏਜ ਗਰੁੱਪ ਦੇ ਉੱਪਰ ਉਹ ਟੈਸਟ ਲਗਾਉਂਦੇ ਹਾਂ ਅਤੇ ਉਹਦੇ 'ਚੋਂ ਸਾਨੂੰ ਰਿਜ਼ਲਟ ਮਿਲ ਜਾਂਦੇ ਆ। ਇਹ ਪਹਿਲਾਂ ਤੋਂ ਫਰੇਮਡ ਹੁੰਦੇ ਆ ਔਰ ਇਹਨਾਂ ਦੀ ਜਿਹੜੀ ਵੈਲਿਡਿਟੀ ਰਿਲਾਇਬਿਲਿਟੀ ਹੁੰਦੀ ਆ ਉਹ 1000 ਪਲੱਸ ਦੇ ਇੱਕ ਵੱਡੇ ਸੈਂਪਲ ਗਰੁੱਪ ਦੇ ਉੱਪਰ ਜਿਹੜੀ ਹੈ ਚੈੱਕ ਕੀਤੀ ਜਾਂਦੀ ਹੈ। ਇਸ ਕਰਕੇ ਉਹਨਾਂ ਦੀ ਕੰਸਿਸਟੈਂਸੀ, ਉਹਨਾਂ ਦੀ ਰਿਲਾਇਬਿਲਿਟੀ ਔਰ ਉਹਨਾਂ ਦੀ ਵੈਲਿਡਿਟੀ ਬਹੁਤ ਸਟਰੋਂਗ ਹੁੰਦੀ ਹੈ ਔਰ ਅਸੀਂ ਉਹਨਾਂ ਨੂੰ ਰਿਲਾਈ ਕਰ ਸਕਦੇ ਹਾਂ, ਉਹਨਾਂ 'ਤੇ ਡਿਪੈਂਡ ਕਰ ਸਕਦੇ ਹਾਂ। ਤਾਂ ਇਹ ਟੈਸਟ ਜਿਹੜੇ ਨੇ ਆਮ ਤੌਰ 'ਤੇ ਤੁਹਾਡੀਆਂ ਜਿਹੜੀਆਂ ਪ੍ਰੋਜੈਕਟਿਵ ਟੈਕਨੀਕਸ ਪ੍ਰੋਜੈਕਟਿਵ ਟੈਕਨੀਕਸ ਨੇ ਉਹਨਾਂ ਨੂੰ, ਜਾਂ ਪ੍ਰੋਜੈਕਟਿਵ ਡੋਮੇਨ ਹੈ ਉਹਨਾਂ ਨੂੰ ਚੈੱਕ ਕਰਨ ਲਈ ਲਗਾਈ ਜਾਂਦੀ ਹੈ। ਪਰ ਕਿਉਂਕਿ IQ ਲੈਵਲ ਚੈੱਕ ਕਰ ਸਕਦੇ ਹਾਂ ਤਾਂ ਇਹਦਾ ਮਤਲਬ ਹੈ ਇਹਦੇ ਵਿੱਚ ਅਸੀਂ ਤੁਹਾਡੀ ਕੋਗਨੀਟਿਵ ਡੋਮੇਨ ਵੀ ਚੈੱਕ ਕਰ ਸਕਦੇ ਹਾਂ। ਅਗਲੀ ਗੱਲ ਜਿਹੜੀ ਹੈ ਉਹ ਹੈ ਕਿ ਜਿਹੜਾ ਟੀਚਰ ਹੈ ਉਹ ਕੁਝ ਤਰ੍ਹਾਂ ਦੇ ਟੈਸਟ ਬਣਾਉਂਦਾ ਹੈ। ਟੀਚਰ ਆਮ ਤੌਰ 'ਤੇ 3 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਬਣਾਉਂਦਾ ਹੈ। ਪਹਿਲਾ ਟੈਸਟ ਜਿਹੜਾ ਉਹ ਬਣਾਉਂਦਾ ਹੈ ਅਸੀਂ ਉਸ ਨੂੰ ਆਖਦੇ ਹਾਂ ਰਿਟਨ ਟੈਸਟ। ਦੂਸਰਾ ਉਹ ਔਰਲ ਜਾਂ ਵਾਈਵਾ ਵਾਸ ਜਿਹੜੀ ਹੈ ਇੰਟਰਵਿਊਜ਼ ਉਹਨਾਂ ਨੂੰ ਕੰਡਕਟ ਕਰਦਾ ਹੈ। ਤੀਸਰਾ ਉਹ ਪ੍ਰੈਕਟੀਕਲ ਜਾਂ ਪਰਫਾਰਮੈਂਸ ਟੈਸਟ ਜਿਹੜੇ ਨੇ ਅਰੇਂਜ ਕਰਦਾ ਹੈ। ਜਿਹੜੇ ਰਿਟਨ ਟੈਸਟ ਨੇ ਉਹ ਅੱਗੋਂ ਫਿਰ 3 ਤਰ੍ਹਾਂ ਨਾਲ ਹੋਇਆ ਕਰਦੇ ਆ। ਪਹਿਲਾ ਟੈਸਟ ਹੁੰਦਾ ਹੈ ਐਸੇ ਟਾਈਪ ਟੈਸਟ, ਜਿਸ ਨੂੰ ਅਸੀਂ ਕਹਿੰਦੇ ਹਾਂ ਲੌਂਗ ਆਨਸਰ ਟਾਈਪ ਟੈਸਟ, ਸ਼ਾਰਟ ਆਨਸਰ ਟਾਈਪ ਟੈਸਟ ਐਂਡ ਆਬਜੈਕਟਿਵ ਟਾਈਪ ਟੈਸਟ। ਕਿਉਂਕਿ ਆਬਜੈਕਟਿਵ ਟਾਈਪ ਟੈਸਟ ਜਿਹੜਾ ਹੈ ਇਹ ਤੁਹਾਡੀ ਜਿਹੜੀ ਹੈ ਨੌਲੇਜ ਦੀ ਐਬਿਲਿਟੀ ਨੂੰ ਚੈੱਕ ਕਰਦਾ ਹੈ। ਤਾਂ ਬਲੂਮ ਕਹਿੰਦਾ ਨੌਲੇਜ 2 ਤਰ੍ਹਾਂ ਨਾਲ ਚੈੱਕ ਕੀਤੀ ਜਾ ਸਕਦੀ ਹੈ, ਕਗਨੀਸ਼ਨ ਨਾਲ ਔਰ ਰਿਕਾਲ ਨਾਲ। ਜਿਹੜੀ ਕਗਨੀਸ਼ਨ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਰੈਕੋਗਨਾਈਜ਼ ਕਰੇਗਾ। ਰੈਕੋਗਨੀਸ਼ਨ ਜਿਹੜੀ ਹੈ ਉਹ MCQ ਦੇ ਕੇ ਉਹਨਾਂ ਵਿੱਚੋਂ ਹੀ 4 ਆਨਸਰ ਦਿੱਤੇ ਹੁੰਦੇ, ਉਹਦੇ 'ਚ ਉਹਨਾਂ ਨੇ ਰੈਕੋਗਨਾਈਜ਼ ਕਰਨਾ ਕਿਹੜਾ ਠੀਕ ਹੈ। ਮੈਚਿੰਗ ਦਾ ਕਾਲਮ ਹੈ, ਆਮੋ ਸਾਹਮਣੇ ਦਿੱਤੇ ਹੁੰਦੇ ਆ, ਉਹਨਾਂ ਨੂੰ ਦੇਖ ਕੇ ਰੈਕੋਗਨਾਈਜ਼ ਕਰਕੇ ਮੈਚ ਕਰਨਾ ਹੈ। ਅਰੇਂਜਿੰਗ ਦਾ ਹੈ ਔਰ ਟਰੂ ਫਾਲਸ ਦਾ ਹੈ ਜਾਂ ਕਲਾਸੀਫਿਕੇਸ਼ਨ ਦਾ ਹੈ। ਤਾਂ ਅਸੀਂ ਇਸ ਤਰ੍ਹਾਂ ਨਾਲ ਰੈਕੋਗਨੀਸ਼ਨ ਦੇ ਟੈਸਟ ਬਣਾਉਂਦੇ ਹਾਂ। ਔਰ ਰਿਕਾਲ ਦੇ ਟੈਸਟ ਜਿਹੜੇ ਨੇ ਉਹ ਸਿੰਪਲ ਰਿਕਾਲ ਹੁੰਦੇ ਆ, ਜਾਂ ਅਸੀਂ ਕਹਿੰਦੇ ਹਾਂ ਫਿਲਿੰਗ ਦਾ ਬਲੈਂਕਸ ਜਾਂ ਕੰਪਲੀਸ਼ਨ ਆਫ ਦਾ ਸੈਂਟੈਂਸ। ਇਸ ਤਰ੍ਹਾਂ ਦੇ ਟੈਸਟ ਜਿਹੜੇ ਹੈ ਟੀਚਰ ਬਣਾਉਂਦਾ ਹੈ। ਅਤੇ ਇਹ ਟੈਸਟ ਆਮ ਤੌਰ 'ਤੇ ਉਹ ਹਰ ਸਾਲ ਹਰ ਸਮੈਸਟਰ ਲਈ ਤਿਆਰ ਕਰਦਾ ਹੈ ਔਰ ਇਹਨਾਂ ਟੈਸਟ ਦੇ ਬੇਸਿਸ ਦੇ ਉੱਪਰ ਉਹ ਉਸਦੀ ਕਗਨੀਟਿਵ ਐਬਿਲਿਟੀ ਜਿਹੜੀਆਂ ਨੇ, ਜਿਨ੍ਹਾਂ ਨੂੰ ਅਸੀਂ ਕੁਆਂਟੀਫਾਈ ਨੰਬਰਾਂ 'ਚ ਚੈੱਕ ਕਰ ਸਕਦੇ ਹਾਂ, ਉਹ ਨੰਬਰਾਂ 'ਚ ਇਹਨਾਂ ਨੂੰ ਚੈੱਕ ਕਰਦਾ ਹੈ। ਪਰ ਬੱਚੇ ਦੇ ਜਿਹੜੀਆਂ ਦੂਸਰੀਆਂ ਡੋਮੇਨਸ ਨੇ ਉਹਨਾਂ ਨੂੰ ਚੈੱਕ ਕਰਨ ਦੇ ਵਾਸਤੇ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਇਫੈਕਟਿਵ ਅਤੇ ਪਰਫਾਰਮੈਂਸ ਜਿਹੜੀ ਹੈ ਉਸ ਦੀ ਗੱਲ ਕਰਦੇ ਹਾਂ। ਤਾਂ ਜੇ ਭਾਵੇਂ ਤੁਹਾਡੇ ਇਮੋਸ਼ਨਸ ਨੇ ਜਾਂ ਤੁਹਾਡੀ ਪਰਫਾਰਮੈਂਸ ਹੈ, ਇਹਨਾਂ ਵਾਸਤੇ ਸਾਡੇ ਕੋਲ ਕੁਆਂਟੀਟੇਟਿਵ ਦੀ ਥਾਂ 'ਤੇ ਕੁਆਲੀਟੇਟਿਵ ਡਾਟਾ ਆਉਂਦਾ ਕਿ ਉਹ ਕਿਸ ਤਰ੍ਹਾਂ ਦਾ ਸਪੋਰਟਸ ਪਰਸਨ ਹੈ, ਉਹ ਕਿਸ ਤਰ੍ਹਾਂ ਦਾ ਪਰਸਨ ਹੈ। ਪਰਸਨ ਦਾ ਮਤਲਬ ਹੈ ਗੁੱਡ ਬੈਡ ਹੈ ਤਾਂ ਕੁਆਲਿਟੀ ਹੈ। ਉਹ ਜੇ ਕਿਸ ਤਰ੍ਹਾਂ ਦਾ ਸਪੋਰਟਸ ਪਰਸਨ ਹੈ ਇਹਦਾ ਮਤਲਬ ਉਹਦੀ ਸਕਿੱਲ ਕਿਸ ਤਰ੍ਹਾਂ ਦੀ ਹੈ, ਤਾਂ ਵੀ ਅਸੀਂ ਕਹਿੰਦੇ ਹਾਂ ਐਵਰੇਜ ਪਲੇਅਰ ਹੈ, ਬੈਸਟ ਪਲੇਅਰ ਹੈ, ਸੁਪਰ ਪਲੇਅਰ ਹੈ ਨਾ। ਤਾਂ ਅਸੀਂ ਇਸ ਤਰ੍ਹਾਂ ਨਾਲ ਇਹਨਾਂ ਵਾਸਤੇ ਜਿਹੜੀਆਂ ਟੈਕਨੀਕਸ ਯੂਜ਼ ਕਰਦੇ ਹਾਂ ਉਹ ਆਬਜ਼ਰਵੇਸ਼ਨ ਨੇ, ਕੇਸ ਸਟੱਡੀ ਹੈ, ਚੈੱਕਲਿਸਟ ਹੈ, ਰੇਟਿੰਗ ਹੈ। ਕਿਉਂਕਿ ਜਿਹੜੇ ਤੁਹਾਡੇ ਟ੍ਰੇਟਸ ਨੇ ਉਹਨਾਂ ਨੂੰ ਰੇਟ ਕੀਤਾ ਜਾ ਸਕਦਾ ਹੈ। ਔਰ ਕਿਊਮੂਲੇਟਿਵ ਰਿਕਾਰਡ ਕਾਰਡ ਨੇ, ਐਨੈਕਡੋਟਲ ਰਿਕਾਰਡ ਕਾਰਡ ਨੇ, ਔਰ ਉਸ ਤੋਂ ਬਾਅਦ ਕੁਐਸਚਨੀਅਰ ਹੈ ਔਰ ਕੁਝ ਸੈਮੀਨਾਰ ਨੇ। ਤਾਂ ਇਸ ਤਰ੍ਹਾਂ ਦੀਆਂ ਟੈਕਨੀਕਸ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਕੁਆਲੀਟੇਟਿਵ ਟੈਕਨੀਕਸ ਦੇ ਨਾਲ ਚੈੱਕ ਕਰਦੇ ਹਾਂ। ਜ਼ਿਆਦਾਤਰ ਸਾਡੇ ਜਿਹੜੇ ਸਿਲੇਬਸ ਹੈ ਉਹਦੇ ਵਿੱਚ ਇਹਨਾਂ ਟੈਕਨੀਕਸ ਨੂੰ ਹੀ ਡਿਸਕਸ ਕੀਤਾ ਹੋਇਆ ਹੁੰਦਾ ਕੁਆਂਟੀਟੇਟਿਵ ਔਰ ਕੁਆਲੀਟੇਟਿਵ ਦੇ ਵਿੱਚ। ਔਰ ਤੁਹਾਡੀਆਂ ਬੁੱਕਸ ਦੇ ਵਿੱਚ ਵੀ ਜਦੋਂ ਕਹਿੰਦੇ ਆ ਟਾਈਪ ਆਫ ਟੈਸਟ ਜਾਂ ਟੂਲਸ ਲਿਖੋ ਤਾਂ ਤੁਸੀਂ ਰਿਟਨ ਟੈਸਟ ਜਾਂ ਆਬਜੈਕਟਿਵ ਟਾਈਪ ਟੈਸਟ ਦੀਆਂ ਟਾਈਪਸ ਜਿਹੜੀਆਂ ਨੇ ਇਹਨਾਂ ਨੂੰ ਲਿਖਦੇ ਹੋ। ਔਰ ਔਰਲ, ਵਾਇਸ ਔਰ ਪ੍ਰੈਕਟੀਕਲ ਜਿਹੜੀ ਹੈਗੀ ਆ ਇਹਨਾਂ ਨੂੰ ਅਸੀਂ ਲਿਖ ਦਿੰਦੇ ਹਾਂ।
ਐਪਟੀਟਿਊਡ, ਇੰਟਰਸਟ ਜਾਂ ਇੰਟਰਵਿਊ ਟੈਸਟ ਇਹਨਾਂ ਨੂੰ ਅਸੀਂ ਨਹੀਂ ਲਿਖਦੇ, ਠੀਕ ਹੈ। ਪਰ ਹੁੰਦੇ ਤਾਂ ਇਹ ਵੀ ਹਨ ਯੂਜ਼, ਪਰ ਅਸੀਂ ਇਸ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ, ਕਿਉਂਕਿ ਇੱਕ ਟੀਚਰ ਨੂੰ ਨਾਰਮਲੀ ਜਿਹੜਾ ਹੈ ਅਸੀਂ ਫਿਰ ਉਹੀ ਗੱਲ ਕਹਿੰਦੇ ਹਾਂ ਕਿ ਅਸੀਂ ਕੋਗਨੀਟਿਵ ਐਬਿਲਿਟੀ ਜਾਂ ਨੌਲੇਜ ਹੀ ਚੈੱਕ ਕਰਨ ਵੱਲ ਜ਼ਿਆਦਾ ਸਾਡਾ ਏਮ ਰਹਿੰਦਾ ਹੈ। ਹੁਣ ਅਸੀਂ ਦੇਖਦੇ हैं कि फॉर्मेटिव एवैल्यूएशन। सर एक क्वेश्चन था छोटा सा। सर जो जो हमारे सब्जेक्टिव टेस्ट होते हैं उनको हम क्वांटिटेटिव में, और जो जैसे पहले सीबीएसई में सीसी के थ्रू टेस्ट होते थे उनको हम क्वालिटेटिव में इन्वॉल्व कर सकते हैं? हाँ, जिथे यही बिल्कुल जिथे सब्जेक्टिविटी आ जाएगी, जिथे तुसी अपने अकॉर्डिंग लिख सकते हो, ਉਹ ਤੁਹਾਡਾ ਕੁਆਲਿਟੀ ਦਾ ਟੈਸਟ ਹੈ। ਕੁਆਲਿਟੀ ਰੇਟ ਕਰਨ ਦਾ ਘੱਟ ਜਾਂ ਵੱਧ ਹੋ ਸਕਦੀ ਹੈ, ਪਰ ਜਿਹੜੇ ਆਬਜੈਕਟਿਵ ਟੈਸਟ ਨੇ ਜਿਨ੍ਹਾਂ ਨੂੰ ਅਸੀਂ ਹੁਣੇ ਦੇਖ ਰਹੇ ਸੀਗੇ ਕਿ ਰੇਟਿੰਗ ਸਕੇਲ ਦੇ ਉੱਪਰ ਲਗਾਇਆ ਹੈ, ਔਰ ਨਾ ਸੌਰੀ ਸ਼ਾਰਟ ਆਨਸਰ ਟਾਈਪ ਹੈ, ਮਲਟੀਪਲ ਚੁਆਇਸ ਹੈ, ਉਹ ਆਬਜੈਕਟਿਵ ਟੈਸਟ ਹੋਇਆ ਕਰਦੇ ਆ। ਔਰ ਆਬਜੈਕਟਿਵ ਟੈਸਟ ਅਸੀਂ ਕਿੱਥੇ ਲਏ ਆ? ਅਸੀਂ ਉਹ ਕੁਆਂਟੀਟੀ 'ਚ ਲਏ ਆ। सर फिर ये तो क्वालिटेटिव में आना चाहिए ना? ਹਾਂ, ਕੁਆਲੀਟੇਟਿਵ 'ਚ ਵੀ ਆਉਣਾ ਚਾਹੀਦਾ, ਪਰ ਪਤਾ ਕੀ ਹੈ, ਤੁਹਾਡਾ ਟਾਰਗੇਟ ਕੀ ਹੈ? ਮੈਂ ਪੁੱਛਿਆ ਤੁਹਾਨੂੰ ਕੀ ਚੈੱਕ ਕਰਨਾ ਚਾਹੁੰਦੇ ਹੋ। ਜੇ ਤਾਂ ਕੋਗਨੀਟਿਵ ਡੋਮੇਨ ਚੈੱਕ ਕਰਨਾ ਚਾਹੁੰਦੇ ਹੋ ਤਾਂ ਉਹਦੇ 'ਚ ਰਿਟਨ ਟੈਸਟ ਜਿਹੜਾ ਸਬਜੈਕਟਿਵ ਹੈ, ਠੀਕ ਹੈ। ਜੇ ਤੁਸੀਂ ਕੁਆਲਿਟੀ ਚੈੱਕ ਕਰਨਾ ਚਾਹੁੰਦੇ ਹੋ ਬੱਚੇ ਦੀ, ਫਿਰ ਤੁਸੀਂ ਉਧਰ ਸਬਜੈਕਟਿਵ ਟੈਕਨੀਕਸ ਲੱਭ ਸਕਦੇ ਹੋ। ਸਬਜੈਕਟਿਵ ਟੈਕਨੀਕਸ ਦੇ ਵਿੱਚ ਤੁਸੀਂ ਜਦੋਂ ਰੇਟਿੰਗ ਕਰਦੇ ਹੋ, ਰੇਟਿੰਗ ਸਬਜੈਕਟਿਵ ਹੁੰਦੀ ਹੈ। ਕਿਵੇਂ ਕਿ ਮੰਨ ਲਓ ਕਿਸੇ ਪਰਸਨ ਨੂੰ ਕਿਹਾ ਕਿ ਜੀ ਦੇਖੋ ਇਹ ਕਿੰਨਾ ਹਾਰਡ ਵਰਕਰ ਹੈ ਜਾਂ ਕਿੰਨਾ ਕ੍ਰੀਏਟਿਵ ਹੈ। ਕੋਈ ਮੇਰੇ ਵਰਗੇ ਨੂੰ ਕਹੇਗਾ ਤਾਂ ਮੈਂ ਆਪਣੀਆਂ ਕੁਆਲਿਟੀ ਪਹਿਲਾਂ ਦੇਖਾਂਗਾ ਕਿ ਮੈਂ ਹਾਰਡ ਵਰਕ ਕਿਹਨੂੰ ਮੰਨਦਾ ਵਾਂ, ਕਿ ਮੈਂ ਆਪ ਹਾਰਡ ਵਰਕਰ ਹਾਂ। ਜੇ ਮੈਂ ਸੋਚਦਾ ਮੈਂ ਬਹੁਤ ਹਾਰਡ ਵਰਕਰ ਹਾਂ ਤਾਂ ਬੱਚਾ ਥੋੜ੍ਹਾ ਬਹੁਤਾ ਹਾਰਡ ਵਰਕਰ ਵੀ ਹੋਏਗਾ, ਮੈਂ ਉਹਨੂੰ 0 ਰੇਟ ਕਰ ਦਾਂਗਾ, ਕਿਉਂਕਿ ਮੈਨੂੰ ਲੱਗਦਾ ਮੇਰੇ ਜਿੰਨਾ ਕੰਮ ਨਹੀਂ ਕਰਦਾ। ਜਾਂ ਮੈਂ ਬਿਲਕੁਲ ਹੀ ਕੰਮ ਚੋਰ ਹਾਂ ਤਾਂ ਮੈਨੂੰ ਲੱਗਦਾ ਉਹ ਯਾਰ ਥੋੜ੍ਹਾ ਬਹੁਤਾ ਤਾਂ ਕਰਦਾ ਹੈ, ਤਾਂ ਮੈਂ ਉਸਨੂੰ ਬੜਾ ਅੱਛਾ ਰੇਟ ਕਰ ਦਿੰਦਾ। ਤਾਂ ਉੱਥੇ ਵੀ ਸਬਜੈਕਟਿਵ ਟੈਕਨੀਕਸ ਹੁੰਦੀਆਂ ਨੇ ਜਦੋਂ ਅਸੀਂ ਰੇਟਿੰਗ ਕਰਦੇ ਹਾਂ, ਜਦੋਂ ਅਸੀਂ ਚੈੱਕਲਿਸਟ ਸਾਈਨ ਕਰਦੇ ਹਾਂ, ਜਦੋਂ ਅਸੀਂ ਜਿਹੜਾ ਹੈ ਉਹਦੀ ਆਬਜ਼ਰਵੇਸ਼ਨ ਦੀ ਰੀਡਿੰਗ ਦਿੰਦੇ ਹਾਂ, ਉੱਥੇ ਵੀ ਸਾਡੇ ਕੋਲ ਟੈਕਨੀਕਸ ਹੈਗੀਆਂ ਨੇ। ਤਾਂ ਐਵੇਂ ਨਹੀਂ ਹੈ ਕਿ ਜਿਹੜੀ ਸਬਜੈਕਟਿਵ ਅਤੇ ਓਬਜੈਕਟਿਵ ਹੈ ਇਹ ਕੋਈ ਟੈਕਨੀਕ ਹੈ, ਇਹ ਸਟਾਈਲ ਹੈ। ਸਟਾਈਲ ਹਰ ਜਗ੍ਹਾ 'ਤੇ ਅਸੀਂ ਕੁਆਂਟੀਟੇਟਿਵ 'ਚ ਵੀ ਯੂਜ਼ ਕਰਦੇ ਹਾਂ ਔਰ ਕੁਆਲੀਟੇਟਿਵ 'ਚ ਵੀ ਯੂਜ਼ ਕਰਦੇ ਹਾਂ। ਅਸਲ 'ਚ ਇਹ ਮਾਰਕਿੰਗ ਬੇਸਡ ਸਟਾਈਲ ਹੈ, ਇਹਦਾ ਟੈਕਨੀਕ ਜਾਂ ਟੂਲ ਨਾਲ ਕੋਈ ਰਿਲੇਟਡ ਨਹੀਂ ਹੈ। ਇਹ ਹੈ ਕਿ ਉਹਦੀ ਮਾਰਕਿੰਗ ਸਕੀਮ ਕੀ ਹੈ। ਜੇ ਮਾਰਕਿੰਗ ਸਕੀਮ ਟੀਚਰ ਨੂੰ ਬਾਉਂਡ ਕਰਦੀ ਹੈ ਔਰ ਉਹਦੇ ਕੋਲ ਚੁਆਇਸ ਨਹੀਂ ਹੈ, ਉਹ ਆਪਣੀ ਚੁਆਇਸ ਦੇ ਅਕੋਰਡਿੰਗ ਮਾਰਕਸ ਨਹੀਂ ਦੇ ਸਕਦਾ, ਤਾਂ ਉਹ ਓਬਜੈਕਟਿਵ ਹੈ। ਜੇ ਟੀਚਰ ਆਪਣੀ ਬਾਇਸਨੈਸ ਦੇ ਅਕੋਰਡਿੰਗ, ਆਪਣੀ ਫਿਲੋਸਫੀ, ਆਪਣੇ ਟੇਸਟ ਦੇ ਅਕੋਰਡਿੰਗ ਮਾਰਕਸ ਦੇ ਸਕਦਾ ਹੈ, ਦੈਟ ਇਜ਼ ਅ ਲਿਬਰਟੀ, ਤਾਂ ਅਸੀਂ ਕਹਿੰਦੇ ਹਾਂ ਉਹ ਸਬਜੈਕਟਿਵ। तरह से इवैल्यूएट करना है, किन किन डोमेन पे हमें ध्यान देना है ये? ਹਾਂ, ਮੈਂ ਇਹ ਦੱਸ ਰਿਹਾ ਕਿ ਸਾਡੀਆਂ ਟੈਕਨੀਕਸ ਅਸਲ 'ਚ ਕੀ ਹੁੰਦੀਆਂ, ਟੂਲਸ ਕੀ ਨੇ, ਮੈਥਡ ਅਤੇ ਟੈਕਨੀਕਸ ਕੀ ਰਿਲੇਸ਼ਨ ਹੈ। ਮੈਥਡ ਨੂੰ ਟੈਕਨੀਕਸ ਨਾਲ ਰਿਲੇਟ ਕੀਤਾ, ਟੈਕਨੀਕਸ ਨੂੰ ਅੱਗੇ ਟੂਲਸ ਨਾਲ ਰਿਲੇਟ ਕਰਾਂਗੇ, ਤਾਂ ਕਿ ਬੀਇੰਗ ਟੀਚਰ ਤੁਹਾਨੂੰ ਇਹ ਪਤਾ ਹੋਵੇ ਕਿ ਕਿਹੜਾ ਟੂਲ ਕਿਸ ਟੈਕਨੀਕ ਦਾ ਹੈ ਔਰ ਕਿਸ ਮੈਥਡ ਨਾਲ ਹੈ, ਔਰ ਇਹ ਕਿਸ ਪਰਪਜ਼ ਲਈ ਯੂਜ਼ ਹੋਣਾ ਹੈ। ਜਦੋਂ ਅਸੀਂ ਕਿਹਾ ਸੀ ਨਾ ਵਾਟ ਟੂ ਇਵੈਲੂਏਟ, ਜਦੋਂ ਅਸੀਂ ਕਿਹਾ ਕਨੇਟਿਵ ਔਰ ਜਿਹੜਾ ਸਾਈਕੋਮੋਟਰ ਗੱਲ ਕਰ ਰਹੇ ਸੀ ਨਾ, जी सर। ਤਾਂ ਉੱਥੇ Yes, ਅਸੀਂ sir. ਹਾਂ, ਤਾਂ ਮੈਂ ਉਹੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੀ ਤੁਹਾਨੂੰ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਹੈ ਕਿ ਤੁਸੀਂ ਟੀਚਰ ਦੇ ਤੌਰ 'ਤੇ ਤੁਹਾਨੂੰ ਪਤਾ ਹੋਵੇ ਕਿ ਮੈਂ ਬੱਚੇ ਦੀ ਕੁਆਲਿਟੀ ਚੈੱਕ ਕਰਨੀ ਹੈ, ਕਿ ਉਹਦਾ ਬ੍ਰੇਨ ਚੈੱਕ ਕਰਨਾ ਜਾਂ ਉਹਦੀ ਸਕਿੱਲ ਚੈੱਕ ਕਰਨੀ ਹੈ। ਔਰ ਜੇ ਮੈਂ ਸਕਿੱਲ ਚੈੱਕ ਕਰਨੀ ਹੈ, ਕਿ ਮੈਂ ਜਿਹੜੀਆਂ ਨੇ ਪ੍ਰੋਜੈਕਟਿਵ ਟੈਕਨੀਕ 'ਤੇ ਜਾ ਸਕਦੀਆਂ ਜਾਂ ਮੈਨੂੰ ਆਬਜ਼ਰਵੇਸ਼ਨ ਟੈਕਨੀਕ ਯੂਜ਼ ਕਰਨੀਆਂ ਨੇ। ਜੇ ਮੈਂ ਉਹਦੀ ਕੋਗਨੀਟਿਵ ਐਬਿਲਿਟੀ ਚੈੱਕ ਕਰਨੀਆਂ ਨੇ, ਕੀ ਮੈਂ ਪ੍ਰੋਜੈਕਟਿਵ ਨਾਲ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ, ਪੋਸੀਬਿਲਿਟੀ ਹੈ ਕਿ ਨਹੀਂ ਹੈ। ਅਸਲ 'ਚ ਬੀਇੰਗ ਟੀਚਰ ਤੁਹਾਨੂੰ ਇਸ ਚੀਜ਼ 'ਤੇ ਐਕਸਪਰਟਾਈਜ਼ ਹੋਣੀ ਚਾਹੀਦੀ ਹੈ। ਤਾਂ ਅਸੀਂ ਤੁਹਾਨੂੰ ਐਜ਼ ਏ ਟੀਚਰ ਦੇਖ ਰਹੇ ਹਾਂ, ਤਾਂ ਆਉਣ ਵਾਲੇ ਟਾਈਮ 'ਚ ਤੁਸੀਂ ਇਹ ਟੈਸਟ ਬਣਾਉਣੇ ਆ। ਇਹ ਨਾ ਹੋਵੇ ਕਿ ਟੈਸਟ ਤਾਂ ਕਰਨੀ ਸੀ ਕੋਗਨੀਟਿਵ ਐਬਿਲਿਟੀ ਅਤੇ ਟੈਕਨੀਕ ਲਾਤੀ ਆਬਜ਼ਰਵੇਸ਼ਨ ਦੀ, ਜਦੋਂ ਕਿ ਆਬਜ਼ਰਵੇਸ਼ਨ ਕਾਹਦੇ ਲਈ ਕੰਮ ਆਉਣ ਵਾਲੀ ਹੈ? ਸਕਿੱਲ ਚੈੱਕ ਕਰਨ ਲਈ। ਅੱਛਾ, ਚੈੱਕ ਤਾਂ ਸਕਿੱਲ ਕਰਨੀ ਸੀ, ਬਣਾ ਲਿਆ ਉਹਦਾ ਰਿਟਨ ਟੈਸਟ। ਕੀ ਇਹ ਪੋਸੀਬਲ ਹੈ? ਗਰਾਊਂਡ 'ਚ ਜਾਏ ਤੋਂ ਬਿਨਾਂ ਉਸ ਬੱਚੇ ਦੀ ਸਕਿੱਲ ਹੋ ਸਕਦੀ ਹੈ? ਨਹੀਂ ਹੋ ਸਕਦੀ। ਤਾਂ ਇਹਦਾ ਮਤਲਬ ਹੈ ਕਿ ਅਸੀਂ ਅਲੱਗ-ਅਲੱਗ ਅਬਿਲਿਟੀਜ਼ ਨੂੰ ਅਲੱਗ-ਅਲੱਗ ਮੈਥਡ ਅਤੇ ਅਲੱਗ-ਅਲੱਗ ਟੈਕਨੀਕ ਨਾਲ ਮੈਂ ਕੋਰਿਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਨਾ ਸਮਝ ਆਇਆ ਤਾਂ ਆਪਾਂ ਫਿਰ ਇੱਕ ਵਾਰ ਗੱਲ ਇਸ ਨੂੰ ਕਰਾਂਗੇ, ਪਰ ਮੇਰਾ ਏਮ ਇਹ ਹੈ ਕਿ ਤੁਸੀਂ ਇਸ ਨੂੰ ਐਵੇਂ ਹੀ ਸਮਝੋ ਜਿਵੇਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ। ਹੁਣ ਅਸੀਂ ਦੇਖਿਆ ਸੀਗਾ, ਜੇ ਮੈਂ ਤੁਹਾਨੂੰ ਪਿੱਛੇ ਲੈ ਕੇ ਜਾ ਰਿਹਾ ਥੋੜ੍ਹਾ, ਕਿ ਅਸੀਂ ਇੱਕ ਗੱਲ ਕੀਤੀ ਸੀ ਕਿ ਕੁਆਂਟੀਟੇਟਿਵ ਕੁਆਲੀਟੇਟਿਵ। ਇਹ ਸਲਾਈਡ 'ਚ ਤੁਹਾਨੂੰ ਦਿਖ ਗਿਆ ਸਾਡੀਆਂ
ਟੈਸਟਿੰਗ ਟੈਕਨੀਕ ਇਹ ਸੀਗੀਆਂ। ਟੈਸਟਿੰਗ ਟੈਕਨੀਕ ਮਤਲਬ ਕੋਗਨੀਟਿਵ ਐਬਿਲਿਟੀ ਦੀਆਂ 2 ਟੈਕਨੀਕ ਥ੍ਰੈਡ ਨਾਲ ਦਿੱਤੀਆਂ। ਹੁਣ ਅਸੀਂ ਮੂਵ ਕਰ ਰਹੇ ਹਾਂ ਸੈਕੰਡ ਪਾਰਟ ਦੇ ਉੱਪਰ। ਸੈਕੰਡ ਪਾਰਟ ਜਿਹੜਾ ਹੈ ਪ੍ਰੋਜੈਕਟਿਵ ਟੈਕਨੀਕਸ ਦਾ ਹੈ। ਜੇ ਤੁਸੀਂ ਇਸ ਨੂੰ ਇੱਥੋਂ ਸਮਝੋ ਤੁਹਾਨੂੰ ਜ਼ਿਆਦਾ ਬੈਟਰ ਆ ਜਾਏਗਾ। ਪ੍ਰੋਜੈਕਟਿਵ ਟੈਕਨੀਕਸ, ਪ੍ਰੋਜੈਕਟਿਵ ਟੈਕਨੀਕਸ 2 ਤਰ੍ਹਾਂ ਦੀਆਂ ਨੇ। ਕਿਹੜੀਆਂ? ਫਾਰਮੇਟਿਵ ਔਰ ਸੁਮੇਟਿਵ। ਫਾਰਮੇਟਿਵ ਔਰ ਹਾਂ, ਤਾਂ ਅਸੀਂ ਹੁਣ ਇਹਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਫਾਰਮੇਟਿਵ ਕੀ ਹੁੰਦੀਆਂ ਨੇ? ਫਾਰਮੇਟਿਵ ਟੈਕਨੀਕਸ ਜਿਹੜੀਆਂ ਨੇ ਐਵੈਲੂਏਸ਼ਨ ਦੀਆਂ, ਉਹ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਸਟੂਡੈਂਟ ਦੀ ਪ੍ਰੋਗਰੈਸ ਪ੍ਰੋਸੈਸ ਦੇ ਡਿਊਰਿੰਗ। ਅਸਲ ਦੇ ਵਿੱਚ ਫਾਰਮੇਟਿਵ ਟੈਕਨੀਕ ਜਿਹੜੀ ਹੈ ਇਹ ਕੋਗਨੀਟਿਵ ਨੂੰ ਵੀ ਚੈੱਕ ਕਰ ਲੇਗੀ, ਪਰ ਕੋਗਨੀਟਿਵ ਨੂੰ ਵੀ ਚੈੱਕ ਕਰ ਲੇਗੀ। ਪਰ ਸਾਡਾ ਇੱਥੇ ਏਮ ਦਾ ਫਰਕ ਹੈ। ਏਮ ਦਾ ਕੀ ਫਰਕ ਹੈ? ਜਦੋਂ ਅਸੀਂ ਟੈਸਟਿੰਗ ਟੈਕਨੀਕ ਲਾਉਂਦੇ ਆ ਨਾ, ਟੈਸਟਿੰਗ ਟੈਕਨੀਕ ਦਾ ਏਮ ਹੁੰਦਾ ਡਿਗਰੀ ਅਵਾਰਡ ਕਰਨਾ। ਇਹ ਚੀਜ਼ ਨੂੰ ਸਮਝ ਲੈਣਾ, ਮੈਂ ਦੁਬਾਰਾ ਨਹੀਂ ਦੱਸਾਂਗਾ। ਟੈਸਟਿੰਗ ਟੈਕਨੀਕ ਜਿਹੜੀਆਂ ਹੁਣੇ ਕੀਤੀਆਂ ਸੀ ਕੁਆਂਟੀਟੇਟਿਵ ਤੇ ਕੁਆਲੀਟੇਟਿਵ, ਉਹ ਟੀਚਰ ਕਦੋਂ ਲਗਾਉਂਦਾ ਹੈ? ਉਹ ਆਮ ਤੌਰ 'ਤੇ ਐਂਡ 'ਤੇ ਲਗਾਉਂਦਾ ਅਤੇ ਉਹਨਾਂ ਦੇ ਬੇਸਿਸ 'ਤੇ ਉਹ ਟੀਚਰ ਉਹਨਾਂ ਨੂੰ ਜਾਂ ਤਾਂ ਪ੍ਰਮੋਟ ਕਰ ਦਿੰਦਾ ਕਲਾਸ 'ਚੋਂ, ਜਾਂ ਉਹਨਾਂ ਦੀ ਬੋਰਡ ਐਗਜ਼ਾਮ ਦੇ ਰਿਜ਼ਲਟ ਅਨਾਊਂਸ ਹੁੰਦੇ ਆ ਅਤੇ ਡਿਗਰੀ ਮਿਲਦੀ ਹੈ। ਪਰ ਜਿਹੜੀਆਂ ਪ੍ਰੋਜੈਕਟਿਵ ਟੈਕਨੀਕਸ ਨੇ, ਜਿਨ੍ਹਾਂ ਨੂੰ ਅਸੀਂ ਫਾਰਮੇਟਿਵ ਅਤੇ ਸਮੇਟਿਵ ਜਾਂ ਆਖਦੇ ਹਾਂ, ਫਾਰਮੇਟਿਵ ਅਤੇ ਸਮੇਟਿਵ ਜਿਹੜੀਆਂ ਨੇ ਇਹਨਾਂ ਦਾ ਏਮ ਡਿਫਰ ਕਰਦਾ। ਇਹ ਰੈਮਡੀਅਲ ਨੇ, ਇਹ ਡਿਵੈਲਪਮੈਂਟਲ ਨੇ। ਰੈਮਡੀਅਲ ਮਤਲਬ ਅਸੀਂ ਇਹਦੇ ਵਿੱਚ ਸਟੂਡੈਂਟ ਨੂੰ ਉਸਦੀਆਂ ਵੀਕਨੈਸ ਔਰ ਸਟਰੈਂਥ ਦੀ ਇੰਪਰੂਵ ਕਰਨ ਦੇ ਵਿੱਚ ਹੈਲਪ ਕਰਨੀ ਹੈ। ਔਰ ਡਿਵੈਲਪਮੈਂਟਲ ਦਾ ਮਤਲਬ ਹੈ ਅਸੀਂ ਆਪਣੀਆਂ ਟੈਕਨੀਕਸ ਆਫ ਟੀਚਿੰਗ ਐਂਡ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਸ ਨੂੰ ਬੈਟਰ ਕਰਨਾ ਹੈ। ਤਾਂ ਜਿਹੜੀਆਂ ਟੈਕਨੀਕਸ ਇੱਥੇ ਅਸੀਂ ਕਰਦੇ ਹਾਂ, ਇਹਦੇ ਵਿੱਚ ਅਸੀਂ ਪ੍ਰੋਸੈਸ ਆਫ ਲਰਨਿੰਗ, ਇਹਦੇ ਵਿੱਚ ਅਸੀਂ ਇਹ ਨਹੀਂ ਦੇਖਦੇ ਕਿ ਉਹਨੇ ਕੀ ਸਿੱਖਿਆ, ਅਸੀਂ ਇਹਦੇ ਵਿੱਚ ਦੇਖਦੇ ਹਾਂ ਉਹਨੇ ਕਿਵੇਂ ਸਿੱਖਿਆ। ਅਸੀਂ ਉਹਦੇ ਲਰਨਿੰਗ ਪਾਥ ਨੂੰ ਆਇਡੈਂਟੀਫਾਈ ਕਰਦੇ ਹਾਂ। ਫਿਰ ਜਦੋਂ ਅਸੀਂ ਬੱਚੇ ਨੂੰ ਹੈਲਪ ਕਰਨੀ ਹੁੰਦੀ ਹੈ ਟੂ ਇੰਪਰੂਵ, ਤਾਂ ਅਸੀਂ ਉਸਦੇ ਲਰਨਿੰਗ ਪਾਥ ਨੂੰ ਹੀ ਐਕਸਪਲਾਈਟ ਕਰਦੇ ਹਾਂ ਕਿ ਉਹ ਬੱਚਾ ਕਿਵੇਂ ਸਿੱਖਦਾ। ਮੰਨ ਲਓ ਤੁਸੀਂ ਹੋ ਅਤੇ ਤੁਹਾਡੇ ਵਿੱਚੋਂ ਕਿੰਨੇ ਨੇ ਜਿਨ੍ਹਾਂ ਨੂੰ ਕੰਨਾਂ 'ਚ ਉਹ ਮਿਊਜ਼ਿਕ ਲਗਾ ਕੇ ਅਤੇ ਫਿਰ ਲੈਸਨ ਯਾਦ ਹੁੰਦਾ ਜਾਂ ਕੁਐਸਚਨ ਯਾਦ ਹੁੰਦਾ? ਕੋਈ ਇਸ ਤਰ੍ਹਾਂ ਦੇ ਹੈਗੇ? नो सर। ਹਾਂ, ਕੋਈ ਐਵੇਂ ਦਾ ਹੈ ਕਿ ਜਿਹਨੂੰ ਲਰਨਿੰਗ ਉਦੋਂ ਹੁੰਦੀ ਹੈ ਜਦੋਂ ਕਮਰਾ ਬਿਲਕੁਲ ਸਾਊਂਡ ਪ੍ਰੂਫ ਹੋ ਜਾਵੇ ਅਤੇ ਅੰਦਰ ਬੰਦ ਕਰਕੇ ਆਪਣੇ ਆਪ ਨੂੰ ਫਿਰ ਰੱਟਾ ਲਗਾਵੇ ਤਾਂ ਫਿਰ ਯਾਦ ਹੁੰਦੀ ਹੈ? ਡਿਸਟਰਬੈਂਸ ਇਜ਼ ਨਾਟ ਦੇਅਰ, ਸ਼ੁੱਡ ਨਾਟ ਬੀ ਦੇਅਰ। ਐਵੇਂ ਦਾ ਕੌਣ ਹੈ ਤੁਹਾਡੇ 'ਚੋਂ? हाँ जी सर, ऐसे ही होता है मेरे यस साथ। सर, ऐसे ही होता है। हाँ, डिस्टर्बेंस नहीं चाहिए होती। ਤਾਂ ਤੁਸੀਂ ਆਮ ਤੌਰ 'ਤੇ ਜੇ ਲੜਕਿਆਂ ਨੂੰ ਦੇਖੋ ਤਾਂ ਉਹ ਟੀਵੀ ਦੇਖਦੇ ਹੋਏ ਵੀ ਥੋੜ੍ਹਾ ਵਾਲਾ ਪੜ੍ਹ ਲੈਂਦੇ ਆ। ਅਲੱਗ-ਅਲੱਗ ਹੈ। ਕੋਈ ਪਰਸਨ ਹੈ, ਮੈਂ ਇਹੋ ਜਿਹੇ ਪਰਸਨ ਦੇਖੇ ਆ ਕਿ ਜਿਹੜੇ ਕਹਿੰਦੇ ਆ ਭਾਵੇਂ ਢੋਲ ਵੱਜਦੇ ਹੁਣ ਮੈਂ ਪੜ੍ਹ ਰਿਹਾ ਤਾਂ ਮੈਂ ਪੜ੍ਹ ਹੀ ਰਿਹਾ, ਮੈਨੂੰ ਯਾਦ ਹੋ ਜਾਏਗਾ। ਤਾਂ ਇਹ ਲਰਨਿੰਗ ਪਾਥ ਦੀ ਗੱਲ ਹੈ, ਠੀਕ ਹੈ। ਔਰ ਅਸੀਂ ਇਸ ਨੂੰ ਡਿਊਰਿੰਗ ਦਾ ਪ੍ਰੋਸੈਸ ਚੈੱਕ ਕਰਦੇ ਹਾਂ, ਬੱਚਾ ਜਦੋਂ ਕਰ ਰਿਹਾ ਹੁੰਦਾ। ਇਹਦਾ ਮਤਲਬ ਹੈ ਜਿਹੜੇ ਪਹਿਲੀਆਂ ਟੈਕਨੀਕਸ ਦੀ ਅਸੀਂ ਗੱਲ ਕਰਕੇ ਆਏ, ਟੈਸਟਿੰਗ ਟੈਕਨੀਕ, ਉਹ ਸ਼ੁਰੂ 'ਚ ਲੱਗਦੀਆਂ, ਐਂਡ 'ਚ ਲੱਗਦੀਆਂ, ਪਰ ਇਹ ਇਨ ਬਿਟਵੀਨ ਲੱਗਦੀਆਂ। ਤਾਂ ਤੁਸੀਂ ਦੇਖੋ FA1 FA2 FA3 ਚੱਲਦੀਆਂ ਰਹਿੰਦੀਆਂ, ਔਰ ਉਹ ਬੱਚੇ ਦੀ ਟਾਈਮਲੀ ਜਿਹੜੀ ਹੈ ਉਹ ਰੀਡਿੰਗ ਲੈਂਦੀਆਂ ਔਰ ਉਹਦੀਆਂ ਸਟਰੈਂਥ ਅਤੇ ਵੀਕਨੈਸ ਨੂੰ ਆਇਡੈਂਟੀਫਾਈ ਕਰਦੀਆਂ। ਔਰ ਉਹ ਸਟਰੈਂਥ ਅਤੇ ਵੀਕਨੈਸ ਜਿਹੜੀਆਂ ਨੇ ਉਹ ਉਸਦੇ ਪੇਰੈਂਟਸ ਨੂੰ, ਪੇਰੈਂਟਸ ਟੀਚਿੰਗ ਮੀਟ ਦੇ ਵਿੱਚ, ਪੇਰੈਂਟਸ ਟੀਚਰ ਮੀਟ ਦੇ ਵਿੱਚ ਉਸਦੇ ਪੇਰੈਂਟਸ ਨੂੰ ਕਨਵੇ ਕਰ ਦਿੱਤੀਆਂ ਜਾਂਦੀਆਂ ਔਰ ਉਹਨਾਂ ਨੂੰ ਅਸਿਸਟ ਕੀਤਾ ਜਾਂਦਾ ਕਿ ਹਾਊ ਟੂ ਹੈਲਪ ਦਾ ਚਾਈਲਡ ਟੂ ਓਵਰਕਮ ਦੀਜ਼ ਡੀਮੈਰਿਟਸ ਔਰ ਡੈਫੀਸ਼ੀਐਂਸੀਜ਼। ਤਾਂ ਅਸੀਂ ਇੱਥੇ ਰੈਮਡੀਅਲ ਹਾਂ, ਅਸੀਂ ਬੱਚੇ ਦੀ ਵੀਕਨੈਸ ਫਾਈਂਡ ਆਊਟ ਕਰਕੇ ਉਸ ਨੂੰ ਸੁਧਾਰਨ ਲਈ ਹੈਲਪ ਕਰਨ ਵਾਸਤੇ ਫਾਰਮੇਟਿਵ ਟੈਕਨੀਕਸ ਲਗਾਉਂਦੇ ਹਾਂ। ਅਗਲੀ ਗੱਲ ਹੈ ਕਿ ਅਸੀਂ ਇਫੈਕਟਿਵਨੈਸ ਵਧਾਉਣਾ ਚਾਹੁੰਦੇ ਹਾਂ ਟੀਚਿੰਗ ਲਰਨਿੰਗ ਪ੍ਰੋਸੈਸ ਦੀ। ਮੰਨ ਲਓ ਕਿ ਅਸੀਂ ਦੇਖਿਆ ਕਿ ਬਾਕੀ ਸਾਰਿਆਂ ਸਬਜੈਕਟਾਂ 'ਚ ਅੱਛਾ ਜਾ ਰਿਹਾ ਅਤੇ ਬੱਚਾ ਇਕਨੋਮਿਕਸ 'ਚ ਅੱਛਾ ਨਹੀਂ ਜਾ ਰਿਹਾ। ਇਹਦਾ ਮਤਲਬ ਕੀ ਹੈ? ਇਕਨੋਮਿਕਸ ਵਾਲਾ ਟੀਚਰ ਜਾਂ ਮਾੜਾ, ਜਾਂ ਉਹਦਾ ਪੜ੍ਹਾਉਣ ਦਾ ਸਟਾਈਲ ਮਾੜਾ, ਜਾਂ ਉਹਦੀ ਲੈਂਗੁਏਜ ਬਰੀਅਰ ਹੈ ਜਿਹੜਾ ਬੱਚੇ ਨੂੰ ਸਮਝ ਨਹੀਂ ਆਉਂਦਾ। ਤਾਂ ਇਹਦਾ ਮਤਲਬ ਹੈ ਪਹਿਲਾਂ ਕੀ ਕੀਤਾ ਜਾਵੇ ਕਿ ਟੀਚਰ ਬਦਲਣ ਦੀ ਰਿਕੁਐਸਟ ਕੀਤੀ ਜਾਵੇ, ਜਿਹੜਾ ਕਿ ਬਹੁਤ ਡਿਵਿਜ਼ੀਬਲ ਨਹੀਂ ਹੋਏਗਾ ਔਰ ਪ੍ਰਿੰਸੀਪਲ ਕੋਲ ਅਲਟਰਨੇਟ ਵੀ ਸ਼ਾਇਦ ਨਾ ਹੋਵੇ। ਤਾਂ ਇਹਦਾ ਮਤਲਬ ਹੈ ਟੀਚਰ ਬਦਲਿਆ ਨਹੀਂ ਜਾ ਸਕਦਾ। ਤਾਂ ਫਿਰ ਅਗਲੀ ਗੱਲ ਕੀ ਹੈ ਕਿ ਟੀਚਰ ਨੂੰ ਸੁਜੈਸਟ ਕੀਤਾ ਜਾਵੇ ਕਿ ਉਹ ਆਪਣੇ ਮੈਥਡ 'ਚ, ਆਪਣੀ ਲੈਂਗੁਏਜ 'ਚ, ਆਪਣੇ ਇੰਸਟਰਕਸ਼ਨਲ ਪੈਟਰਨ 'ਚ ਚੇਂਜ ਲੈ ਕੇ ਆਵੇ ਤਾਂ ਕਿ ਅਸੀਂ ਬੱਚੇ ਨੂੰ ਬੈਟਰ ਅਸਿਸਟ ਕਰ ਸਕੀਏ। ਔਰ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਓਵਰਆਲ ਸਾਡੀ ਟੀਚਿੰਗ ਲਰਨਿੰਗ ਇਫੈਕਟਿਵਨੈਸ ਇੰਪਰੂਵ ਹੁੰਦੀ ਹੈ, ਟੀਚਰ ਆਪਣੇ ਆਪ ਨੂੰ ਬੈਟਰ ਕਰਦਾ ਹੈ। ਇਹਦਾ ਮਤਲਬ ਹੈ ਸਟੂਡੈਂਟ ਦੀ ਇੰਪਰੂਵਮੈਂਟ ਔਰ ਲਰਨਿੰਗ ਪ੍ਰੋਸੈਸ ਦੀ ਇੰਪਰੂਵਮੈਂਟ ਲਈ ਹੈਲਪਫੁਲ ਹੁੰਦੀਆਂ ਨੇ। ਫਾਰਮੇਟਿਵ ਟੈਕਨੀਕ ਇਸੇ ਕਾਰਨ ਇਨ ਬਿਟਵੀਨ ਕੀਤੀਆਂ ਜਾਂਦੀਆਂ ਔਰ ਇਹ ਮਲਟੀਪਲ ਟਾਈਮ ਹੁੰਦੀਆਂ, ਇੱਕ ਵਾਰ ਨਹੀਂ ਹੁੰਦੀਆਂ। ਇਹਨਾਂ ਨੂੰ ਬਹੁਤ ਵਾਰ ਕਰਨਾ ਹੁੰਦਾ। ਜਿਹੜੀਆਂ ਪਹਿਲਾਂ ਆਪਾਂ ਟੈਸਟਿੰਗ ਟੈਕਨੀਕ ਕਰਕੇ ਆਏ ਹਾਂ, ਉਹ ਇੱਕ ਐਗਜ਼ਾਮ ਯੂਨੀਵਰਸਿਟੀ ਜਾਂ ਬੋਰਡ ਲੈ ਕੇ ਕਹਿ ਦਿੰਦਾ ਆ ਲਓ ਜੀ ਬੱਚਾ ਪਾਸ ਫੇਲ, ਇਹ ਮੈਰੀਟੋਰੀਅਸ, ਇਸ ਨੂੰ ਸਕਾਲਰਸ਼ਿਪ ਮਿਲੇਗੀ।
ਇੱਥੇ ਇਸ ਤਰ੍ਹਾਂ ਨਹੀਂ ਹੈ, ਇੱਥੇ ਏਮ ਹੀ ਡਿਫਰ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਕਿੰਨਾ ਸਿੱਖ ਲਿਆ, ਅਸੀਂ ਕਹਿੰਦੇ ਹਾਂ ਕੀ ਸਿੱਖ ਲਿਆ, ਕੀ ਰਹਿ ਗਿਆ, ਜਿਹੜਾ ਰਹਿ ਗਿਆ ਉਹ ਕਿਉਂ ਰਹਿ ਗਿਆ। ਅਸੀਂ ਇਹ ਟਰੇਸ ਕਰਨਾ ਹੈ ਕਿ ਵਾਈ ਦੈਟ ਸਟੂਡੈਂਟ ਇਜ਼ ਲੈਕਿੰਗ ਇਨ ਅ ਪਰਟੀਕੂਲਰ ਡੋਮੇਨ ਆਫ ਨੌਲੇਜ। ਤਾਂ ਇੱਥੇ ਇਹ ਜਿਹੜਾ ਏਮ ਹੈ ਉਹ ਰਹਿੰਦਾ ਹੈ। ਤਾਂ ਫਾਰਮੇਟਿਵ ਟੈਕਨੀਕ ਇਸ ਲਈ ਜਾਂਦੇ ਆ। ਅਗਲੀ ਅਸੀਂ ਐਵੈਲੂਏਸ਼ਨ ਟੈਕਨੀਕਸ ਦੀ ਗੱਲ ਜਦੋਂ ਡੈਫੀਨੇਸ਼ਨ ਨੂੰ ਦੇਖਾਂਗੇ ਉਹਦੇ ਵਿੱਚੋਂ ਵੀ ਸਾਨੂੰ ਸਮਝ ਆ ਜਾਏਗਾ ਕਿ ਇਹ ਪਲਾਨ ਕਰੈਕਟਿਵ ਐਕਸ਼ਨ ਹੈ। ਐਵੈਲੂਏਸ਼ਨ ਟੈਕਨੀਕ ਕੀ ਨੇ? ਕਰੈਕਟਿਵ ਐਕਸ਼ਨ ਟੂ ਓਵਰਕਮ ਦਾ ਲਰਨਿੰਗ ਡਿਫੀਕਲਟੀ ਐਂਡ ਡੈਫੀਸ਼ੀਐਂਸੀ। ਇਹਦਾ ਮਤਲਬ ਹੈ ਅਸੀਂ ਸਾਡਾ ਏਮ ਇੱਥੇ ਕੀ ਹੈ, ਅਸੀਂ ਬੱਚੇ ਨੂੰ ਉਹਦੀਆਂ ਡਿਫੀਕਲਟੀਜ਼ ਚੋਂ ਓਵਰਕਮ ਕਰਨ ਦੇ ਲਈ ਹੈਲਪ ਕਰਨੀ ਹੈ। ਇੱਥੇ ਅਸੀਂ ਲਰਨਰ ਨੂੰ ਮੋਟੀਵੇਟ ਕਰਨਾ ਹੈ ਟੂ ਕਰੈਕਟ ਦੇਅਰ ਸੈਲਫ। ਇੱਥੇ ਅਸੀਂ ਸਟੂਡੈਂਟ ਰਿਟੈਂਸ਼ਨ ਉਹਦੀ ਪਾਸ ਆਊਟ ਰੇਟ ਵਧਾਉਣੀ ਹੈ ਔਰ ਅਸੀਂ ਟਰਾਂਸਫਰ ਆਫ ਲਰਨਿੰਗ ਕਰਨੀ ਹੈ। ਇੱਥੇ ਸਾਨੂੰ ਨੀਡ ਆਫ ਕਲਾਸਰੂਮ ਗਰੁੱਪਸ ਦੀ ਗੱਲ ਹੈ, ਹਾਊ ਟੂ ਡੀਲ ਵਿਦ ਡਿਫਰੈਂਟ ਕਲਾਸਰੂਮ ਗਰੁੱਪਸ, ਪੂਅਰ ਸਟੂਡੈਂਟ, ਐਵਰੇਜ ਸਟੂਡੈਂਟ, ਬ੍ਰਿਲੀਅੰਟ ਸਟੂਡੈਂਟ, ਗਿਫਟਡ ਸਟੂਡੈਂਟ, ਉਹਨਾਂ ਦੀਆਂ ਨੀਡਸ ਨੂੰ ਕਿਵੇਂ ਕੂਪ ਅਪ ਕਰਨਾ ਹੈ ਅਸੀਂ ਇਹ ਆਈਡੈਂਟੀਫਾਈ ਕਰਦੇ ਹਾਂ ਔਰ ਇਹ ਟੀਚਰ ਨੂੰ ਹੈਲਪ ਕਰਦੇ ਹਾਂ ਕਿ ਉਹ ਆਪਣਾ ਕੰਟੈਂਟ ਕਿਵੇਂ ਔਰਗੇਨਾਈਜ਼ ਕਰੇ, ਕਿ ਉਹ ਡਿਫਰੈਂਟ ਗਰੁੱਪ ਆਫ ਜਿਹੜਾ ਹੈ ਐਬਿਲਿਟੀ ਵਿਦ ਦਾ ਡਿਫਰੈਂਟ ਐਬਿਲਿਟੀ ਆਫ ਚਾਈਲਡ, ਉਹਨਾਂ ਦੇ ਗਰੁੱਪਸ ਨੂੰ ਕਿਵੇਂ ਉਹ ਆਪਣੇ ਨਾਲ ਲੈ ਕੇ ਚੱਲ ਸਕਦਾ। ਔਰ ਇਹਦੇ ਨਾਲ ਅਸੀਂ ਇਹ ਕਹਿੰਦੇ ਹਾਂ ਪੀਰੀਓਡਿਕ ਟੈਸਟਿੰਗ ਕਰਕੇ ਅਸੀਂ ਸਟੂਡੈਂਟ ਨੂੰ ਫੀਡਬੈਕ ਦਿੰਦੇ ਹਾਂ ਤਾਂ ਕਿ ਉਹ ਆਪਣੇ ਆਪ ਨੂੰ ਇੰਪਰੂਵ ਕਰ ਸਕੇ। ਤਾਂ ਇਸ ਤਰ੍ਹਾਂ ਨਾਲ ਉਹ ਡੈਫੀਨੇਸ਼ਨ ਜਿਹੜੀ ਹੈ ਦਿੰਦੇ ਨੇ। ਅਗਲੀ ਗੱਲ ਮੈਂ ਇਸ ਨੂੰ ਆਪਣੇ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਲਿਖਣਾ ਨਹੀਂ ਹੈ, ਤੁਹਾਡੇ ਵਾਸਤੇ ਹੀ ਹੈ ਸਿਰਫ ਇਹ। ਇਹਦੇ ਵਿੱਚ ਅਸੀਂ ਕਿਹਾ ਕਿ ਫਾਰਮੇਟਿਵ ਐਵੈਲੂਏਸ਼ਨ ਅਪਰੋਚ ਜਿਹੜੀ ਅਵੇਅਰ ਕਰਦੀ ਹੈ, ਪਹਿਲਾ ਹੈ ਸ਼ਾਰਟਕਮਿੰਗ ਆਫ ਐਜੂਕੇਸ਼ਨ ਪਲਾਨ ਐਂਡ ਪ੍ਰੋਗਰਾਮ। ਸਾਡੇ ਪ੍ਰੋਗਰਾਮ 'ਚ ਕੀ ਕਮੀ ਹੈ, ਸਾਡਾ ਸਬਜੈਕਟ ਕਰਿਕੂਲਮ ਠੀਕ ਹੈ ਕਿ ਨਹੀਂ ਹੈ, ਸਾਡਾ ਟੀਚਰ ਅੱਛਾ ਪੜ੍ਹਾ ਰਿਹਾ, ਸਾਡਾ ਮੈਥਡ ਆਫ ਟੀਚਿੰਗ ਠੀਕ ਹੈ, ਸਾਡੀ ਸਟ੍ਰੈਟਜੀ ਠੀਕ ਹੈ ਐਵੈਲੂਏਸ਼ਨ ਦੀ, ਇੱਕ ਤਾਂ ਇਹ ਦੱਸੇਗਾ। ਦੂਸਰਾ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਉਹਦੇ 'ਚ ਚੇਂਜਸ ਲਿਆ ਸਕਦੇ ਹਾਂ ਜੇ ਸਟੂਡੈਂਟ ਨੂੰ ਹੋਰ ਬੈਟਰ ਹੈਲਪ ਕਰਨੀ ਹੋਵੇ। ਅਗਲਾ ਹੈ ਕਿ ਸਟੂਡੈਂਟ ਦੀਆਂ ਕੀ ਪ੍ਰੋਬਲਮ ਅਤੇ ਸ਼ਾਰਟਕਮਿੰਗ ਨੇ, ਉਹਨਾਂ ਨਾਲ ਕਿਵੇਂ ਡੀਲ ਕਰਨਾ ਹੈ। ਤਾਂ ਇਹਦੇ ਵਿੱਚ ਏਮ ਕੀ ਹੈ, ਇਹਦੇ ਚਾਈਲਡ ਡਿਵੈਲਪਮੈਂਟ ਔਰ ਇੰਪਰੂਵਮੈਂਟ ਆਫ ਐਜੂਕੇਸ਼ਨ ਸਿਸਟਮ, ਇਹ ਸਾਡਾ ਏਮ ਰਹਿੰਦਾ ਹੈ। ਤਾਂ ਫਾਰਮੇਟਿਵ ਟੈਕਨੀਕ ਇਸ ਲਈ ਅਸੀਂ ਇਹਦੇ ਵਿੱਚ ਗੱਲ ਸਮਝ ਆ ਗਈ। ਸਮੇਟਿਵ ਦੀ ਸਮੇਟਿਵ ਵਨ ਟਾਈਮ ਹੁੰਦੀਆਂ ਨੇ, ਫਿਨਿਸ਼ ਪ੍ਰੋਡਕਟ ਹੁੰਦਾ ਹੈ ਔਰ ਇਹ ਉਸੇ ਤਰ੍ਹਾਂ ਦੀਆਂ ਨੇ ਜਿਵੇਂ ਆਪਾਂ ਪਹਿਲਾਂ ਕੀਤੀਆਂ ਨੇ ਟੈਸਟਿੰਗ ਟੈਕਨੀਕ। ਇਹਦਾ ਏਮ ਕੀ ਰਹਿੰਦਾ ਹੈ, ਟਰਮੀਨਲ ਐਗਜ਼ਾਮ ਰਹਿੰਦੇ ਆ ਔਰ ਇਹਦੇ ਬੇਸਿਸ ਦੇ ਉੱਪਰ ਸਮੇਟਿਵ ਦੀ ਪ੍ਰਮੋਟ ਕਰਨਾ ਹੁੰਦਾ ਜਾਂ ਅਸੀਂ ਫਿਨਿਸ਼ ਕਰਨੀ ਹੁੰਦੀ ਹੈ ਕਿ ਹੋਰ ਕਿਵੇਂ, ਔਰ ਇਹ ਉਸੇ ਤਰ੍ਹਾਂ ਦੀਆਂ ਨੇ ਜਿਵੇਂ ਆਪਾਂ ਪਹਿਲਾਂ ਕੀਤੀਆਂ ਨੇ। ਇਹ ਇੱਕ ਤਰ੍ਹਾਂ ਦਾ ਟੈਸਟਿੰਗ ਟੈਕਨੀਕ। ਇਹਦਾ ਏਮ ਕੀ ਰਹਿੰਦਾ ਹੈ, ਟਰਮੀਨਲ ਐਗਜ਼ਾਮ ਰਹਿੰਦੇ ਆ, ਇਹਦਾ ਟਾਈਮ ਦੇ ਉੱਪਰ ਅਸੀਂ ਇਹਨੂੰ ਪ੍ਰੋਜੈਕਟਿਵ ਕਰਨਾ ਹੁੰਦਾ ਜ਼ਿਆਦਾਤਰ ਬੇਸ ਕਰਦੇ ਹਾਂ ਕਰਨੀ ਹੁੰਦੀ ਹੈ ਕਿ ਹੋਰ ਕਿਵੇਂ ਫਿਊਚਰ ਵਨ ਟਾਈਮ ਨੇ ਜਾਂ ਮਲਟੀਪਲ ਟਾਈਮ ਦੇ ਬੇਸਿਸ ਤੇ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ। ਤਾਂ ਵੱਡੀ ਗੱਲ ਨਹੀਂ ਹੁੰਦੀ, ਪਰ ਕਿਉਂਕਿ ਇਹਦਾ ਟਾਈਮ ਸਾਡੇ ਕੋਲ ਅਸੀਂ ਪ੍ਰੋਜੈਕਟਿਵ ਟੈਕਨੀਕ 'ਚ ਜ਼ਿਆਦਾਤਰ ਬੇਸ ਕਰਦੇ ਹਾਂ ਕਰਦੀਆਂ ਨੇ ਔਰ ਇਹ ਵੀ ਵਨ ਟਾਈਮ ਜਾਂ ਮਲਟੀਪਲ ਟਾਈਮ ਦੇ ਬੇਸਿਸ ਤੇ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ। ਤਾਂ ਅਸੀਂ ਇਸ ਤਰ੍ਹਾਂ ਸਿਮਿਲਰ ਹੈ ਕਿ ਰੀਸਟਰਕਚਰਿੰਗ, ਮੋਡੀਫਿਕੇਸ਼ਨ ਔਰ ਰੀਫਰੇਮਿੰਗ ਦਾ ਕਰਿਕੂਲਮ ਦਾ ਏਮ ਹੈ ਸਾਡਾ ਔਰ ਆਬਜੈਕਟਿਵ ਆਫ ਟੀਚਿੰਗ ਮੈਥਡੋਲੋਜੀ ਜਿਹੜੇ ਨੇ ਉਹਨਾਂ ਨੂੰ ਰਿਫਾਈਨ ਕਰਨ ਦਾ ਔਰ ਟੀਚਿੰਗ ਮੈਥਡੋਲੋਜੀ ਨੂੰ ਇੰਪਰੂਵ ਕਰਨ ਦਾ ਹੈ। ਔਰ ਅਸੀਂ ਪਰਸਨਲ ਔਰ ਪ੍ਰੋਫੈਸ਼ਨਲ ਜਿਹੜੀ ਹੈ ਉਹਨਾਂ ਦੀ ਟ੍ਰੇਨਿੰਗ ਨੂੰ ਬੈਟਰ ਕਿਵੇਂ ਕਰ ਸਕਦੇ ਹਾਂ, ਇਸ ਦੇ ਲਈ ਅਸੀਂ ਇਹਦੇ ਵਿੱਚ ਕੰਮ ਕਰਦੇ ਹਾਂ। ਪਰ ਇਹ ਵਨ ਟਾਈਮ ਹੁੰਦਾ ਔਰ ਇਸ ਦੇ ਬੇਸਿਸ 'ਤੇ ਸਟੂਡੈਂਟ ਨੂੰ ਡਿਗਰੀ ਦਿੱਤੀ ਜਾਏਗੀ। ਕੁਛ ਮੈਂ ਚੀਜ਼ਾਂ ਤੁਹਾਨੂੰ ਦਿਖਾ ਕੇ ਅੱਜ ਬੰਦ ਕਰਾਂਗਾ, ਬਾਕੀ ਆਪਾਂ ਅਗਲੇ ਸਲਾਈਡ 'ਚ ਕਰਾਂਗੇ। ਤੁਹਾਡੇ ਕੋਲ ਸਕੂਲ ਦੇ ਵਿੱਚ ਦੇਖਿਆ ਹੋਏਗਾ ਕਿ ਟਰਮ ਐਗਜ਼ਾਮ ਹੁੰਦੇ ਆ, ਦੋ ਟਰਮਸ ਹੁੰਦੀਆਂ, ਫਸਟ ਟਰਮ ਔਰ ਸੈਕਿੰਡ ਟਰਮ। ਫਸਟ ਟਰਮ ਜਿਹੜੀ ਹੈ ਉਹ ਅਪ੍ਰੈਲ ਟੂ ਸੈਪਟੈਂਬਰ ਚੱਲਦੀ ਹੈ ਅਤੇ ਉਹਦੇ ਵਿੱਚ 2 ਵਾਰ FA ਹੁੰਦਾ ਅਤੇ 1 ਵਾਰ SA ਹੁੰਦਾ। ਇਸੇ ਤਰ੍ਹਾਂ ਸੈਕਿੰਡ ਟਰਮ ਦੇ ਵਿੱਚ ਵੀ 2 ਵਾਰ FA ਔਰ 1 ਵਾਰ SA ਹੁੰਦਾ। ਤਾਂ ਅਗਲੀ ਗੱਲ ਹੁੰਦੀ ਹੈ ਕਿ FA ਦੇ ਵਿੱਚ ਕੀ ਕਰਵਾਉਂਦੇ ਆ। FA ਦੇ ਵਿੱਚ ਕਲਾਸ ਵਰਕ ਆਉਂਦਾ, ਹੋਮਵਰਕ ਆਉਂਦਾ, ਕੁਇਜ਼ਜ਼ ਆਉਂਦੇ ਆ, ਕੁਐਸਚਨਸ ਆਉਂਦੇ ਆ, ਔਰਲ ਟੈਸਟ ਆਉਂਦੇ ਆ, ਪ੍ਰੋਜੈਕਟਸ ਆਉਂਦੇ ਆ ਵਗੈਰਾ ਵਗੈਰਾ। ਅਤੇ ਜਦੋਂ ਕਿ SA ਦੇ ਵਿੱਚ ਕੀ ਹੁੰਦਾ, SA ਦੇ ਵਿੱਚ ਜਿਹੜਾ ਫਾਈਨਲ ਐਗਜ਼ਾਮ ਹੁੰਦਾ ਉਹਦੇ ਵਿੱਚ ਅਸੀਂ ਐਗਜ਼ਾਮ ਜਿਹੜਾ ਹੈ ਜਾਂ ਸਕੂਲ ਕਰਾਏਗਾ ਜਾਂ ਜਿਹੜਾ ਬੋਰਡ ਕਰਾਏਗਾ ਔਰ ਉਸ ਤੋਂ ਬਾਅਦ ਅਸੀਂ ਇਸ ਨੂੰ ਇਵੈਲੂਏਟ ਕਰਾਂਗੇ। ਔਰ ਇਹਨਾਂ ਦੀ ਵੇਟੇਜ ਕਿਵੇਂ ਦਿੱਤੀ ਜਾਂਦੀ ਹੈ। FA ਜਿਹੜਾ ਹੈ ਰੈਮਡੀਅਲ ਹੈ ਔਰ ਇਹਦੀ 10% ਵੇਟੇਜ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਸਾਡਾ ਏਮ ਜਿਹੜਾ ਸਟੂਡੈਂਟ ਨੂੰ ਇਵੈਲੂਏਟ ਕਰਨਾ ਨਹੀਂ ਹੁੰਦਾ, ਅਸੀਂ ਉਹਨੂੰ ਡਾਇਗਨੋਜ਼ ਕਰਦੇ ਹਾਂ ਕਿ ਉਹਦੀ ਡੈਫੀਸ਼ੀਐਂਸੀ ਜਾਂ ਸਟਰੈਂਥ ਕੀ ਹੈ। ਔਰ ਅਗਲਾ ਜਿਹੜਾ ਹੈ ਪਹਿਲਾ ਸਮੈਸਟਰ ਐਗਜ਼ਾਮ ਦੇ ਵਿੱਚ SA ਦੀ ਵੇਟੇਜ ਘੱਟ ਹੁੰਦੀ ਹੈ, ਸੈਕਿੰਡ ਸਮੈਸਟਰ ਐਗਜ਼ਾਮ 'ਚ SA ਦੀ ਵੇਟੇਜ ਡਬਲ ਹੁੰਦੀ ਹੈ ਔਰ ਇਸ ਤਰ੍ਹਾਂ ਨਾਲ ਅਸੀਂ ਇਸ ਨੂੰ ਵੇਟੇਜ ਦਿੰਦੇ ਹਾਂ। ਔਰ ਜੇਕਰ ਤੁਸੀਂ ਬੋਰਡ ਐਗਜ਼ਾਮ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਰਿਪੋਰਟ ਕਾਰਡ 'ਚ ਇਸ ਤਰ੍ਹਾਂ ਨਾਲ ਲਿਖੇ ਹੋਏ ਮਿਲਣਗੇ ਔਰ ਇਸ ਤਰ੍ਹਾਂ ਨਾਲ ਅਸੀਂ ਇਸ ਨੂੰ ਜਿਹੜਾ ਹੈ ਦੇਖਦੇ ਹਾਂ। ਅੱਜ ਲਈ ਇੰਨਾ ਹੀ, ਜੇ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ। ਪਹਿਲਾਂ ਤਾਂ ਇਹ ਦੱਸੋ ਕੀ ਸਮਝ ਆਇਆ ਔਰ ਕੀ ਸਿੱਖਿਆ। ਜੋ ਸਮਝ ਨਹੀਂ ਆਇਆ ਉਹ ਵੀ ਦੱਸ ਸਕਦੇ ਜਿਹੜਾ ਕੁਐਸਚਨ ਪੁੱਛੋ। सर कितने तरह का एवोल्यूशन होता है, कौन कौन सी हम टेक्निक्स यूज कर सकते हैं,
और मतलब क्या क्या हमें एवेल्युएट करना है, किस तरीके से करना है, ये सब सीखा। और सर जो मुझे नहीं समझ आया वो 12th नंबर की जो स्लाइड है हम्म, उसमें सर मैं अभी क्वांटिटेटिव और क्वालिटेटिव में अभी भी मतलब थोड़ा सा कंफ्यूजन है। मुझे भी क्वांटिटेटिव और क्वालिटेटिव में कंफ्यूजन है क्या कन्फ्यूजन है? पूछो, क्वेश्चन पूछो ना। कन्फ्यूजन सर तो कि कैसे डिस्टिंग्विश करेंगे कि कौन सा क्वालिटेटिव मतलब है या कौन सा क्वांटिटेटिव टेस्ट है। ਤੁਸੀਂ ਆਪਣੀਆਂ सर ਕੁਆਲਿਟੀਜ਼ आप एक बार ਦੱਸੋ। ਰੁਕੋ, ਸੋਨਲ ਆਪਣੀਆਂ ਕੁਆਲਿਟੀਜ਼ ਦੱਸ ਪਰਸਨੈਲਿਟੀ ਦੀਆਂ। मैं अपनी ਹੂੰ, सर एक सर इमोशनल स्टेबिलिटी है मेरे अंदर, ਇਮੋਸ਼ਨ ਕਿੰਨੇ ਆ? पोलाइटनेस है ਰੁਕੋ मतलब। ਰੁਕੋ, ਪੋਲਾਈਟਨੈਸ ਕਿੰਨੀ ਹੈ? ਕਿਲੋ ਚ ਹੈ, 2 ਕਿਲੋ ਚ ਹੈ, 100 ਹੈ, 50 ਹੈ, 25 ਹੈ, ਦੱਸ। सर उसको इस तरह से नहीं ना मेजर कर सकते, तो सिचुएशन में पता लगेगा कि हाँ, कोई मतलब केस है अपने सामने या कोई सिचुएशन है तो ਜ਼ਿਆਦਾ उसमें ਹੈ। हम किस तरह से रिएक्ट करते हैं फिर पता लगा सकते हैं। ਨਹੀਂ, ਜੇ ਕਿਸੇ ਨੂੰ ਦੱਸਣਾ ਹੋਵੇ ਕਿ ਤਾਂ ਫਿਰ ਕੀ ਕਹਿਣੀ ਹੈ ਕਿ ਮੈਂ ਬਹੁਤ ਪੋਲਾਈਟ ਹਾਂ ਜਾਂ ਮੈਂ ਘੱਟ ਪੋਲਾਈਟ ਹਾਂ, ਕੀ ਕਹਿਣੀ ਹੈ? सर बस मैं ये कहती हूँ कि मैं पोलाइट हूँ जब हाँ। तक सामने वाला बदतमीजी ना करे। ਹਾਂ ਤਾਂ ਬਸ ਠੀਕ ਹੈ। ਇਹਦਾ ਮਤਲਬ ਹੈ ਕੁਆਲਿਟੀ ਜਿਹੜੀ ਹੈ ਉਸ ਨੂੰ ਨੰਬਰ 'ਚ ਚੇਂਜ ਨਹੀਂ ਕੀਤਾ ਜਾ ਸਕਦਾ। ਉਹ ਐ ਨਹੀਂ ਦੱਸਿਆ ਜਾ ਸਕਦਾ 1 ਕਿਲੋ 2 ਕਿਲੋ ਹੈ। ਤਾਂ ਕੁਆਲਿਟੀ ਦੇ ਜਿੱਥੇ ਵੀ ਚੈੱਕ ਕੀਤੀ ਜਾਏਗੀ ਉਹ ਕੁਆਲੀਟੇਟਿਵ ਟੈਕਨੀਕਸ ਹੋਣਗੀਆਂ। ਕੁਆਲਿਟੀ ਤੁਹਾਡੀ ਕਾਹਦੀ ਹੋ ਸਕਦੀ ਹੈ? ਹੁਣ ਇਹ ਤੁਸੀਂ ਦੇਖਣਾ। ਕੁਆਲਿਟੀ ਤੁਹਾਡੇ ਇਮੋਸ਼ਨਸ ਦੀ ਹੋ ਸਕਦੀ ਹੈ, ਕੁਆਲਿਟੀ ਤੁਹਾਡੀ ਸਕਿੱਲ ਦੀ ਹੋ ਸਕਦੀ ਹੈ, ਕੁਆਲਿਟੀ ਤੁਹਾਡੇ ਵਰਕ ਦੀ ਹੋ ਸਕਦੀ ਹੈ, ਪ੍ਰੋਡਕਟ ਦੀ ਵੀ ਹੋ ਸਕਦੀ। ਮੈਂ ਕਹਾਂ ਯਾਰ ਇਹ ਤੁਸੀਂ ਜਿਹੜੀ ਅਸਾਈਨਮੈਂਟ ਦਿੱਤੀ ਹੈ ਇਹਦੀ ਬਿਲਕੁਲ ਕੁਆਲਿਟੀ ਨਹੀਂ ਹੈ, ਤਾਂ ਮੈਂ ਕੀ ਕਹਿ ਰਿਹਾ? ਦਾ ਮਤਲਬ ਹੈ ਉਹਦੀ ਐਸਥੈਟਿਕਨੈਸ, ਉਹਦਾ ਬਿਲਡ, ਉਹਦਾ ਸਟਰਕਚਰ, ਉਹਦੀ ਫਾਰਮੇਸ਼ਨ, ਉਹਦਾ ਪ੍ਰੈਜੈਂਟੇਸ਼ਨ ਅੱਛੀ ਨਹੀਂ ਹੈ। ਸਮਝ ਰਹੇ ਹੋ ਨਾ? ਤਾਂ ਅਸੀਂ ਜਿੱਥੇ ਵੀ ਪਰਸਨ ਦੀ ਕੁਆਲਿਟੀ ਚੈੱਕ ਕਰੀਏ, ਭਾਵੇਂ ਉਹ ਇਮੋਸ਼ਨ ਨਾਲ ਜੁੜੀ ਹੈ, ਭਾਵੇਂ ਉਹ ਸਕਿੱਲ ਨਾਲ ਜੁੜੀ ਹੈ, ਅਸੀਂ ਉਸ ਨੂੰ ਕਵਾਂਗੇ ਕਿ ਇਹਦੀ ਰਾਈਟਿੰਗ ਅੱਛੀ ਨਹੀਂ ਹੈ। ਸਕਿੱਲ ਹੈ ਰਾਈਟਿੰਗ, ਇਮੋਸ਼ਨ ਨਾਲ ਜੁੜੀ ਹੋਈ ਨਹੀਂ ਹੈ, ਸਕਿੱਲ ਹੈ ਰਾਈਟਿੰਗ, ਅੱਛੀ ਨਹੀਂ ਹੈ, ਕੁਆਲਿਟੀ ਹੈ। ਹੁਣ ਕੋਈ ਪੁੱਛੇ ਵੀ ਕਿੰਨੀ ਹੈਂਡਰਾਈਟਿੰਗ ਅੱਛੀ ਨਹੀਂ ਹੈ, ਮੈਂ ਕੀ ਕਹਿ ਸਕਦਾ 2 ਕਿਲੋ ਹੈਂਡਰਾਈਟਿੰਗ ਹੈ ਯਾਰ 4 ਹੋਣੀ ਚਾਹੀਦੀ ਸੀ? ਨਹੀਂ, ਉਹ ਕਹਿਣਾ ਇਹ ਹੈ ਕਿ ਹੈਂਡਰਾਈਟਿੰਗ ਬਹੁਤ ਪੂਅਰ ਹੈ, ਐਵਰੇਜ ਹੈ, ਐਕਸਲੈਂਟ ਹੈ। ਤਾਂ ਅਸੀਂ ਜਿੱਥੇ ਸਾਨੂੰ ਇਸ ਤਰ੍ਹਾਂ ਦੇ ਕੁਆਲਿਟੀ ਪੈਰਾਮੀਟਰਸ ਦੇ ਉੱਪਰ ਕੰਮ ਕਰਨਾ ਪਏਗਾ ਉੱਥੇ ਅਸੀਂ ਹਮੇਸ਼ਾ ਕੁਆਲੀਟੇਟਿਵ ਟੈਕਨੀਕਸ ਲਗਾਵਾਂਗੇ। ਜਿਸ ਕੁਆਲਿਟੀ ਨੂੰ, ਜਿਸ ਪੈਰਾਮੀਟਰ ਨੂੰ ਨੰਬਰਾਂ 'ਚ ਬਦਲਿਆ ਜਾ ਸਕਦਾ ਹੈ, ਜਿਵੇਂ ਅਚੀਵਮੈਂਟ, ਅਕੈਡਮਿਕ ਅਚੀਵਮੈਂਟ, ਇੰਟੈਲੀਜੈਂਸ, ਨੰਬਰਾਂ 'ਚ ਦੱਸ ਸਕਦਾ। ਆਇਨਸਟਾਈਨ ਦਾ IQ ਲੈਵਲ ਕਿੰਨਾ ਸੀ? सर ਆਇਨਸਟਾਈਨ ਦਾ IQ ਲੈਵਲ ਕਿੰਨਾ ਸੀ? सर 160 समथिंग। ਕਿਸੇ ਚੀਜ਼ ਨੂੰ ਐਵੇਂ ਨੰਬਰ 'ਚ ਮੈਜ਼ਰ ਕਰ ਸਕਦੇ ਹੋ, ਉਹ ਕੁਆਂਟਿਟੀ ਹੈ। ਕੁਆਂਟਿਟੀ ਦਾ ਮਤਲਬ ਜਿਹਨੂੰ ਮਾਪਿਆ ਜਾ ਸਕਦਾ ਕਿਲੋਆਂ 'ਚ, ਮੀਟਰਾਂ 'ਚ, ਨੰਬਰ 'ਚ। यस सर। सर लेकिन जो 12th नंबर स्लाइड थी उसमें जो एटीट्यूड था वो क्वांटिटेटिव में था, तो सर एटीट्यूड को नंबर्स में कैसे मेजर कर सकते हैं? ਉਹ ਸਟੈਂਡਰਡ ਹੈ। ਸਟੈਂਡਰਡ ਟੈਸਟ ਜਿਹੜੇ ਨੇ ਔਰ ਟੀਚਰ ਮੇਡ ਟੈਸਟ ਨੇ, ਇਹਨਾਂ 'ਚ ਫਰਕ ਹੁੰਦਾ ਹੈ। ਸਟੈਂਡਰਡ ਟੈਸਟ ਜਿਹੜੇ ਨੇ ਉਹ ਕੁਆਂਟੀਫਾਈ ਕਰਦੇ ਹੈ, ਕੁਆਂਟੀਫਾਈ ਕਰਨ ਦੇ ਉਹਨਾਂ ਨੇ ਸਟੈਂਡਰਡ ਰੂਲ ਬਣਾਏ ਹੈ, ਔਰ ਉਹ ਤੁਸੀਂ ਜਾਂ ਮੈਂ ਨਹੀਂ ਡਿਵੈਲਪ ਕਰ ਸਕਦਾ। ਅਸੀਂ ਐਪਟੀਟਿਊਡ ਦੱਸ ਸਕਦੇ ਹਾਂ ਬੱਚੇ ਦਾ ਕਿੰਨਾ ਹੈ। ਕਿਵੇਂ ਕਰਾਂਗੇ? ਉਹਨਾਂ ਨੇ ਇੱਕ ਟੈਸਟ ਬਣਾਇਆ, ਇੱਕ ਫਾਰਮੂਲਾ ਡਿਵੈਲਪ ਕੀਤਾ, ਔਰ ਫਾਰਮੂਲਾ ਲਗਾ ਕੇ ਉਹ ਆਪਣੇ ਸਟੈਂਡਰਡਾਈਜ਼ ਟੈਸਟ ਦੇ ਥਰੂ ਲਗਾਉਂਦੇ ਆ, ਔਰ ਫਿਰ ਤੁਹਾਨੂੰ ਦੱਸ ਦਿੰਦੇ ਤੁਹਾਡੇ ਬੱਚੇ ਦਾ ਇਹ ਐਪਟੀਟਿਊਡ ਹੈ, ਇਹ ਐਟੀਟਿਊਡ ਹੈ, ਇਹ ਇੰਟਰਸਟ ਹੈ, ਔਰ ਉਹ ਇੰਟਰਸਟ ਸਕੇਲ ਡਿਵੈਲਪ ਕੀਤੇ ਆ। ਠੀਕ ਹੈ। ਔਰ ਕੁਆਂਟਿਟੀ 'ਚੋਂ ਤੁਹਾਨੂੰ ਦੱਸਦੇ ਆ ਤੁਹਾਡੇ ਬੱਚੇ ਦਾ IQ ਲੈਵਲ ਇੰਨਾ ਹੈ। ਮੈਂ ਤੁਹਾਨੂੰ ਦੱਸਦਾ ਰਿਹਾ ਸੀ ਕਿ IQ ਲੈਵਲ ਇੰਨਾ ਹੈ, ਮੈਜ਼ਰ ਕਰ ਸਕਦੇ ਹਾਂ। ਐਪਟੀਟਿਊਡ ਇੰਨਾ ਹੈ, ਮੈਜ਼ਰ ਕਰ ਸਕਦੇ ਹਾਂ। ਐਟੀਟਿਊਡ ਇੰਨਾ ਹੈ, ਮੈਜ਼ਰ ਕਰ ਸਕਦੇ ਹਾਂ। ਇੰਟਰਸਟ ਇੰਨਾ ਹੈ, ਮੈਜ਼ਰ ਕਰ ਸਕਦੇ ਹਾਂ। ਪਰ ਇਮਾਨਦਾਰੀ ਕਿੰਨੀ ਹੈ, ਹਾਰਡ ਵਰਕਰ ਕਿੰਨਾ ਹੈ, ਇਨੀਸ਼ੀਏਟਰ ਕਿੰਨਾ ਹੈ, ਕ੍ਰੀਏਟਿਵ ਕਿੰਨਾ ਹੈ, ਕ੍ਰੀਏਟਿਵਿਟੀ ਵੀ ਮੈਜ਼ਰ ਕਰ ਸਕਦੇ ਹਾਂ। ਸਟੈਂਡਰਡ ਟੈਸਟ ਹੈ ਕ੍ਰੀਏਟਿਵਿਟੀ ਦਾ, ਕ੍ਰੀਏਟਿਵਿਟੀ ਦਾ ਵੀ ਸਟੈਂਡਰਡ ਟੈਸਟ ਡਿਵੈਲਪ ਹੋ ਚੁੱਕਾ ਹੈ, ਔਰ ਅਸੀਂ ਕ੍ਰੀਏਟਿਵਿਟੀ ਕਰ ਸਕਦੇ ਹਾਂ। ਡਾਕਟਰ ਨੀਰਜ ਨੇ ਹੁਣ PhD ਕੀਤੀ, ਉਹਨਾਂ ਨੇ ਕ੍ਰੀਏਟਿਵਿਟੀ ਵੀ ਕੀਤੀ ਹੈ।